एक तू लाहे बिडानी आस, नानक नाम ध्याईऐ कारज आवै रास। सुकाओ टल गुर सेवियै अहन सुसहज सुभाए। दर्शन परसै गुरु कै जन्म मरण दुख जाए। दर्शन परसै गुरु कै जन्म मरण दुख जाए। वाहिगुरु जी गुजरी महला पंजवा। जिस सिमरत सब किल विख नासै, इतरी होई उदारो। सो हर हर तुम सद ही जापो, जांका अंत न पारो। जिस सिमरत सब किल विख नासै, पितरे होए उदारो। सो हर हर तुम सद ही जापो, जांका अंत न पारो। पूता माता की आशीष, निमक ना बिसरो तुम कहो हर हर। सदा भजो जगदीश रहाओ। सतगुर तुम कहो होए दयाला, संत संग तेरी प्रीत। कापड़ पत परमेश्वर राखी, भोजन कीर्तन नीत। अमृत पीवहो सदा चिर जीवहो, हर सिमरत आनंद अनंता। रंग तुमासा पूर्ण आसा, कबह न व्यापै चिंता। भवर तुम्हारा यो मन होवो, हर चरण हो कौला। नानक दास उन संग लपटायो, ज्यों बूंदा है चातृक मौला। भवर तुम्हारा यो मन होवो, हर चरण हो कौला। नानक दास उन संग लपटायो, ज्यों बूंदा चातृक मौला। वाहिगुरु जी का खालसा, वाहिगुरु जी की फतेह। वाहिगुरु साहिब जी। दरमादे ठाडे दरबार, तुझ बिन सुरत करे को मेरी। दर्शन दीजै खोल किवार, तू चौ सजन मैंडिया। डेई सेस उतार, नैन महिंजे तरस दे।
ਕਦ ਪਸੀਦੀਦਾਰ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸ਼ਬਦ ਗੁਰੂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਅੰਮ੍ਰਿਤਮਈ ਬਾਣੀ ਦੇ ਕੀਰਤਨ ਦਾ ਪ੍ਰਸਾਰਣ ਆਪਣੇ ਘਰਾਂ ਵਿੱਚ ਦੂਰ ਦਰੇਡੇ ਬੈਠ ਕੇ ਆਨੰਦ ਮਾਣ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਕਰਤਾ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਸਾਂਝ ਪਾਉਣ ਦਾ ਇਹ ਉੱਤਮ ਸਮਾਂ ਸਾਨੂੰ ਸਭਨਾਂ ਨੂੰ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਹੋਇਆ ਹੈ। ਧੰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਰਾਗ ਗੋਜਰੀ ਦੇ ਵਿੱਚੋਂ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਆਪਾਂ ਸਾਰਿਆਂ ਨੂੰ ਪੜ੍ਹ ਕੇ ਸੁਣਾਇਆ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ, ਜਿਸ ਦੇ ਰਹਾਉ ਦੇ ਬੰਦ ਵਿੱਚ ਪਾਤਸ਼ਾਹ ਜੀ ਇਹ ਬੋਲ ਉਚਾਰਨ ਕਰਦੇ ਹਨ, ਪੂਤਾ ਮਾਤਾ ਕੀ ਆਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਸਾਡੇ ਸਮਾਜ ਵਿੱਚ ਵੱਡਿਆਂ ਵੱਲੋਂ ਛੋਟਿਆਂ ਨੂੰ ਅਸੀਸਾਂ ਦੇਣ ਦਾ ਬਹੁਤ ਰਿਵਾਜ ਹੈ। ਅਸੀਸ ਦਾ ਅਰਥ ਹੈ, ਅਸੀਸ ਲਫ਼ਜ਼ ਸੰਸਕ੍ਰਿਤ ਭਾਸ਼ਾ ਦਾ ਆਸ਼ਿਖ ਲਫ਼ਜ਼ ਤੋਂ ਪ੍ਰਵਿਰਤਤ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਇਸ ਦਾ ਕੀ ਭਾਵ ਹੈ, ਇਹ ਗੱਲ ਸਮਝਣ ਤੋਂ ਪਹਿਲਾਂ ਅਸੀਂ ਆਪਣੇ ਆਲੇ ਦੁਆਲੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰੀਏ ਕਿ ਜਦੋਂ ਕੋਈ ਛੋਟਾ ਵਿਅਕਤੀ ਉਮਰ ਵਿੱਚ ਆਪਣੇ ਤੋਂ ਵੱਡੇ ਦਾ ਅਦਬ ਕਰਦਾ ਹੈ, ਸਤਿਕਾਰ ਕਰਦਾ ਹੈ, ਤਾਂ ਸਾਡੇ ਸਮਾਜ ਵਿੱਚ ਬਜ਼ੁਰਗਾਂ ਵੱਲੋਂ, ਵੱਡਿਆਂ ਵੱਲੋਂ ਸਿਰ ਤੇ ਹੱਥ ਰੱਖ ਕੇ ਆਪਣੀ ਰਸਨਾ ਤੋਂ ਕੁਝ ਬੋਲ ਆਖੇ ਜਾਂਦੇ ਨੇ, ਜਿਹਨੂੰ ਅਸੀਂ ਅਸੀਸ ਦੇਣਾ ਕਹਿੰਦੇ ਹਾਂ। ਵੱਡਿਆਂ ਦੀ ਅਸੀਸ ਛੋਟਿਆਂ ਨੂੰ ਮਿਲ ਰਹੀ ਹੈ। ਉਸ ਅਸੀਸ ਵਿੱਚ ਜ਼ਿਆਦਾਤਰ ਲੋਕ ਇਹੀ ਲਫ਼ਜ਼ ਵਰਤਦੇ ਨੇ, ਤੂੰ ਲੰਬੀ ਉਮਰ ਮਾਣੇ, ਜੁਗ ਜੁਗ ਜੀਵੇਂ, ਸੁਖ ਮਿਲੇ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਸ ਸਰੂਪ ਵਿੱਚ ਵੱਡਿਆਂ ਵੱਲੋਂ ਛੋਟਿਆਂ ਦੇ ਬਾਰੇ ਕੀਤੀਆਂ ਜਾਂਦੀਆਂ ਨੇ। ਪਰ ਗੁਰੂ ਕੇ ਪਿਆਰ ਵਾਲਿਓ, ਥੋੜਾ ਜਿਹਾ ਧਿਆਨ ਨਾਲ ਜੇਕਰ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਮੁਤਾਬਕ ਸੋਚਣ ਦਾ, ਵਿਚਾਰਨ ਦਾ ਯਤਨ ਕੋਸ਼ਿਸ਼ ਕਰੀਏ ਤਾਂ ਕਦੇ ਖਿਆਲ ਕਰਿਓ, ਜੁਗ ਜੁਗ ਜੀਣ ਵਾਲੀ ਤੇ ਸਦੀਵੀ ਜੀਣ ਵਾਲੀ ਗੱਲ ਜਿਹੜੀ ਹੈ ਉਹ ਬਿਲਕੁਲ ਵੀ ਕੁਦਰਤ ਦੇ ਨੇਮ ਮੁਤਾਬਕ ਖਰੀ ਨਹੀਂ ਹੈ। ਕੇਵਲ ਇੱਕ ਕਾਮਨਾ ਹੈ, ਕੇਵਲ ਇੱਕ ਬੋਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਫਰਮਾਇਆ ਗਿਆ, ਸਤਿਗੁਰੂ ਆਖਦੇ, ਦੇਨ ਦੁਆਈ ਸੇ ਮਰੈ ਜਿਨ ਕਉ ਦੇਨ ਸੇ ਜਾਹੇ।
ਮਹਾਰਾਜ ਨੇ ਬੜੀ ਵੱਡੀ ਸਚਾਈ ਦੀ ਗੱਲ ਆਖੀ। ਕਹਿਣ ਲੱਗੇ ਜਿਹੜੇ ਦੁਆਵਾਂ ਦੇਣ ਵਾਲੇ ਨੇ ਨਾ, ਅਸੀਸਾਂ ਦੇਣ ਵਾਲੇ ਨੇ, ਆਸ਼ੀਰਵਾਦਾਂ ਦੇਣ ਵਾਲੇ ਨੇ, ਤੇ ਆਸ਼ੀਰਵਾਦ ਦੇ ਰੂਪ ਵਿੱਚ ਇਹ ਕਹਿੰਦੇ ਨੇ ਤੂੰ ਜੁਗ ਜੁਗ ਜੀਵੇਂ, ਉਹ ਆਪ ਵੀ ਮਰ ਜਾਂਦੇ ਹਨ ਤੇ ਜਿਨ੍ਹਾਂ ਨੂੰ ਇਹ ਦੁਆਵਾਂ ਦੇ ਰਹੇ ਹੁੰਦੇ ਨੇ ਰਹਿਣਾ ਉਹਨਾਂ ਵੀ ਸਦਾ ਥਿਰ ਨਹੀਂ ਹੁੰਦਾ। ਤਾਂ ਤੇ ਇੱਕ ਕਲਪਨਾ, ਇੱਕ ਫਾਰਮੈਲਿਟੀ ਬਣ ਗਈ ਕਿ ਇਹੀ ਚਾਰ ਲਫ਼ਜ਼ ਜਿਹੜੇ ਨੇ ਉਹ ਅਸੀਸ ਦੇਣ ਵਾਲੇ ਨੇ ਕਹਿਣੇ ਨੇ ਤੇ ਆਸ਼ੀਰਵਾਦ ਲੈਣ ਵਾਲੇ ਨੇ ਸੁਣਨੇ ਨੇ। ਬਸ ਕੇਵਲ ਇੱਕ ਫਾਰਮੈਲਿਟੀ ਬਣ ਗਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਸੰਸਾਰ ਦੇ ਵਿੱਚ ਕੁਝ ਧਾਰਮਿਕ ਵਿਅਕਤੀਆਂ ਦੇ ਅੱਗੇ ਮੱਥਾ ਟੇਕ ਕੇ ਨਮਸਕਾਰ ਕਰਕੇ ਵੀ ਕੁਝ ਲੋਕ ਅਸੀਸਾਂ ਲੈਂਦੇ ਹਨ। ਐਸੀਆਂ ਅਸੀਸਾਂ ਉਹਨਾਂ ਵੱਲੋਂ ਵੀ ਦਿੱਤੀਆਂ ਜਾਂਦੀਆਂ ਨੇ, ਆਸ਼ੀਰਵਾਦ ਦਿੱਤੇ ਜਾਂਦੇ ਨੇ, ਵਰਦਾਨ ਦਿੱਤੇ ਜਾਂਦੇ ਨੇ। ਪਰ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਦੇਣ ਦੁਆਈ, ਜਿਹੜੇ ਦੁਆਵਾਂ ਦੇਣ ਵਾਲੇ ਨੇ ਸੇ ਮਰੈ, ਉਹ ਵੀ ਮਰ ਜਾਂਦੇ ਹਨ। ਜਿਨ ਕੋ ਦੇਲ, ਜਿਨ੍ਹਾਂ ਨੂੰ ਉਹ ਇਹੋ ਜਿਹੇ ਬੋਲ ਉਚਾਰਨ ਕਰਕੇ ਆਸ਼ੀਰਵਾਦ ਵਰਦਾਨ ਦਿੰਦੇ ਨੇ, ਸੇ ਜਾਹੇ, ਉਹ ਵੀ ਇਸ ਸੰਸਾਰ ਤੋਂ ਤੁਰ ਜਾਂਦੇ ਹਨ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਸੱਚੇ ਪਾਤਸ਼ਾਹ ਜੀ ਕਿਹੜੀ ਅਸੀਸ, ਕਿਹੜੀ ਅਸੀਸ, ਕਿਹੜੀ ਕਾਮਨਾ? ਵੈਸੇ ਅਸੀਸ ਦਾ ਮਤਲਬ ਹੈ ਕਿਸੇ ਵਾਸਤੇ ਨੇਕ ਕਾਮਨਾ ਕਰਨੀ, ਚੰਗੀ ਭਾਵਨਾ ਨਾਲ ਚੰਗੇ ਬੋਲ ਕਿਸੇ ਦੇ ਭਲੇ ਵਾਸਤੇ ਕਹਿਣੇ, ਇਹ ਅਸੀਸ ਹੈ। ਅਸੀਂ ਕੇਵਲ ਅਸੀਸ ਨੂੰ ਇੱਕ ਵਰਦਾਨ ਦੇ ਰੂਪ ਵਿੱਚ ਹੀ ਸਮਝ ਲਿਆ। ਨਹੀਂ, ਅਸੀਸ ਦਾ ਮਤਲਬ ਹੈ ਚੰਗੀ ਭਾਵਨਾ ਕਿਸੇ ਪ੍ਰਤੀ ਦਿਲ ਵਿੱਚ ਰੱਖਣੀ ਤੇ ਚੰਗੇ ਬੋਲ ਕਿਸੇ ਦੇ ਭਲੇ ਵਾਸਤੇ ਉਚਾਰਨੇ, ਇਹ ਅਸੀਸ ਹੈ। ਗੁਰਦੇਵ ਗੁਰੂ ਨਾਨਕ ਮਹਾਰਾਜ ਸਭਨਾਂ ਨੂੰ ਇਹੀ ਅਸੀਸਾਂ ਬਖਸ਼ਦੇ, ਤੁਹਾਨੂੰ ਕਰਤਾਰ ਚੇਤਾਏ, ਤੁਹਾਨੂੰ ਨਿਰੰਕਾਰ ਚੇਤਾਏ, ਤੁਹਾਡੇ ਚਿੱਤ ਵਿੱਚ ਰੱਬ ਵਸੇ। ਕਿਉਂਕਿ ਰੱਬ ਦਾ ਅਦਬ ਮਨ ਵਿੱਚ ਆ ਗਿਆ ਤਾਂ ਸਾਰਾ ਜੀਵਨ ਹੀ ਸਿੱਧਾ ਹੋ ਗਿਆ, ਸਾਰੇ ਜੀਵਨ ਦੇ ਝੰਜਟ ਮੁੱਕ ਗਏ, ਜੀਵਨ ਵਿੱਚ ਸਹਿਜ ਆ ਗਿਆ, ਟਿਕਾ ਆ ਗਿਆ, ਧਰਮ ਆ ਗਿਆ, ਤਾਂ ਸਮਝੋ ਜੀਵਨ ਸੁਧਰ ਗਿਆ, ਜੀਵਨ ਪਵਿੱਤਰ ਹੋ ਗਿਆ, ਜੀਵਨ ਸਫਲ ਹੋ ਗਿਆ। ਇਸ ਕਰਕੇ ਮਹਾਰਾਜ ਕੋਈ ਸੰਸਾਰ ਦੇ ਲੋਕਾਂ ਵਾਂਗ ਫਾਰਮੈਲਿਟੀ ਵਾਲੀ ਅਸੀਸ ਨੂੰ ਪ੍ਰਵਾਨ ਨਹੀਂ ਸਨ ਕਰਦੇ। ਮਹਾਰਾਜ ਇਹੀ ਕਹਿੰਦੇ ਸਨ ਤੁਹਾਨੂੰ ਕਰਤਾ ਚੇਤ ਆਏ, ਤੁਹਾਨੂੰ ਨਿਰੰਕਾਰ ਚੇਤ ਆਏ, ਤੁਹਾਡੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸੇ, ਤੁਸੀਂ ਧਰਮੀ ਬਣੋ। ਇਹ ਅਸੀਸਾਂ ਸਤਿਗੁਰੂ ਜੀ ਦਿਆ ਕਰਦੇ ਸਨ, ਕਿਉਂਕਿ ਇਸ ਅਸੀਸ ਨੇ ਜੀਵਨ ਦਾ ਭਲਾ ਕਰਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਸਾਡੇ ਗੁਰੂ ਸਾਹਿਬਾਨ ਮਹਾਂਪੁਰਖਾਂ ਵੱਲੋਂ ਸਾਨੂੰ ਅਸੀਸ ਹੈ, ਸਾਨੂੰ ਆਸ਼ੀਰਵਾਦ ਹੈ, ਕਿਉਂਕਿ ਭਲੇ ਦੀ ਗੱਲ ਹੈ, ਜੀਵਨ ਨੂੰ ਸਵਾਰਨ ਵਾਲੀ ਗੱਲ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛਣ ਦਾ ਯਤਨ ਕਰੀਏ, ਗੁਰਦੇਵ ਕੈਸੀ ਅਸੀਸ ਲੋੜਨੀ ਚਾਹੀਦੀ ਹੈ, ਕੈਸੀ ਅਸੀਸ ਦੇਣੀ ਚਾਹੀਦੀ ਹੈ, ਕੈਸੀ ਅਸੀਸ ਮੰਗਣੀ ਚਾਹੀਦੀ ਹੈ, ਤਾਂ ਗੁਰਦੇਵ ਜੀ ਵਡਹੰਸ ਰਾਗ ਵਿੱਚ ਫਰਮਾਉਂਦੇ ਨੇ। ਹਜ਼ੂਰ ਕਹਿੰਦੇ ਬਾਬਾ ਆਵੋ ਭਾਈ ਹੋ ਗਲ ਮਿਲੇ, ਸਤ ਸੰਗੀਆਂ ਨੂੰ ਆਵਾਜ਼ ਦਿੰਦੇ ਨੇ, ਹੇ ਭਾਈ, ਹੇ ਸਤ ਸੰਗੀ ਜਨੋ ਆਓ, ਇਕੱਠੇ ਹੋਵੋ, ਇਕੱਤਰ ਹੋਵੋ। ਤੇ ਮਹਾਰਾਜ ਇਕੱਤਰ ਹੋ ਕੇ ਕੀ ਕਰਨਾ ਹੈ? ਆਖਦੇ ਬਾਬਾ ਆਵੋ ਭਾਈ ਹੋ ਗਲ ਮਿਲੇ, ਮਿਲ ਮਿਲ ਦੇਹ ਅਸੀਸਾਂ ਹੈ। ਆਓ ਇਕੱਠੇ ਹੋਈਏ, ਆਪਾਂ ਇੱਕ ਦੂਜੇ ਨੂੰ ਅਸੀਸਾਂ ਦੇਈਏ। ਕਦੇ ਖਿਆਲ ਕਰਿਓ ਇਹ ਕਿਹੋ ਜਿਹਾ ਲਫ਼ਜ਼ ਹੈ, ਆਵੋ ਭਾਈ ਹੋ ਗਲ ਮਿਲੇ, ਆਪਸ ਵਿੱਚ ਇਕੱਠੇ ਹੋ ਕੇ ਮਿਲੀਏ, ਪਿਆਰ ਨਾਲ ਇੱਕ ਦੂਜੇ ਦੇ ਕੋਲ ਬੈਠੀਏ, ਸਤ ਸੰਗਤ ਦਾ ਆਨੰਦ ਮਾਣੀਏ ਤੇ ਕੀ ਕਰੀਏ? ਮੇਲ ਮੇਲ ਦੇਹ ਅਸੀਸਾਂ ਹੈ। ਆਪਾਂ ਇੱਕ ਦੂਜੇ ਨੂੰ ਮਿਲ ਕੇ ਅਸੀਸਾਂ ਦੇਈਏ। ਅਸੀਸ ਦਾ ਮਤਲਬ ਇੱਥੇ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਮੁਤਾਬਕ ਅਰਦਾਸ ਕਰੀਏ, ਜੋਦੜੀ ਕਰੀਏ, ਕਾਮਨਾ ਕਰੀਏ। ਔਰ ਕਿਵੇਂ ਅਸੀਸ ਕਰੀਏ? ਬਾਬਾ ਆਵੋ ਭਾਈ ਹੋ ਗਲ ਮਿਲੈ, ਮਿਲ ਮਿਲ ਦੇ ਅਸੀਸਾਂ ਹੈ। ਅਸੀਸ ਕਿਹੜੀ ਦੇਣੀ ਹੈ? ਆਸ਼ੀਰਵਾਦ ਕਿਹੜਾ ਦੇਣਾ ਹੈ? ਕਿਹੜੀ ਕਾਮਨਾ ਕਰਨੀ ਹੈ ਇੱਕ ਦੂਜੇ ਦੇ ਪ੍ਰਤੀ? ਸੱਚੜਾ ਮੇਲ ਨ ਚੁਕਈ, ਪ੍ਰੀਤਮ ਕੀਆਂ ਦੇ ਅਸੀਸਾਂ ਹੈ। ਸੱਚ ਨਾਲ ਮੇਲ ਬਣ ਜਾਏ ਤੇ ਇਹ ਜੋੜ ਕਦੇ ਟੁੱਟੇ ਨਾ, ਇਹ ਅਸੀਸ ਦੇਣੀ ਹੈ। ਜੀਵਨ ਸਚਿਆਰਾ ਹੋ ਜਾਏ, ਇਹ ਅਸੀਸ ਇੱਕ ਦੂਜੇ ਨੂੰ ਵੰਡਣੀ, ਇਹ ਕਾਮਨਾ ਇੱਕ ਦੂਜੇ ਦੇ ਪ੍ਰਤੀ ਰੱਖਣੀ ਹੈ। ਇਹ ਇੱਕ ਦੂਜੇ ਨੂੰ ਕਾਮਨਾ ਕਰਨੀ ਹੈ ਕਿ ਸੱਚੜਾ ਮੇਲ ਨਾ ਚੁਕਈ, ਸੱਚ ਨਾਲ ਮੇਲ ਹੋ ਜਾਏ ਪਰ ਇਹ ਮੇਲ ਕਦੇ ਟੁੱਟੇ ਨਾ, ਇਸ ਮੇਲ ਤੋਂ ਕਦੇ ਵੀ ਪੱਲਾ ਨਾ ਛੁੱਟੇ, ਇਸ ਮੇਲ ਤੋਂ ਕਦੇ ਵੀ ਖੁੰਝਗੇ ਨਾ,
ਇਹ ਇੱਕ ਦੂਜੇ ਨੂੰ ਅਸੀਸਾਂ ਦੇਣੀਆਂ ਹਨ, ਇੱਕ ਦੂਜੇ ਲਈ ਕਾਮਨਾ ਕਰਨੀ ਹੈ। ਪਰ ਇਹ ਕਿਵੇਂ ਹੋਵੇਗੀ? ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਐ ਕਿਛ ਕਹੀਐ। ਗੁਰੂ ਦੀ ਗੱਲ ਦੂਜੇ ਕੋਲੋਂ ਸੁਣ ਕੇ, ਗੁਰੂ ਦੀ ਗੱਲ ਦੂਜੇ ਨੂੰ ਸੁਣਾ ਕੇ, ਗੁਰੂ ਦੇ ਉਪਦੇਸ਼ ਦੀ ਵਿਚਾਰ ਸੁਣ ਕੇ, ਗੁਰੂ ਦੇ ਉਪਦੇਸ਼ ਦੀ ਵਿਚਾਰ ਸੁਣਾ ਕੇ ਇਹ ਅਸੀਸ ਇੱਕ ਦੂਜੇ ਨੂੰ ਦਿੱਤੀ ਜਾਣੀ ਹੈ, ਐਵੇਂ ਗੱਲਾਂ ਨਾਲ ਨਹੀਂ। ਭਾਵ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਨਾ, ਸੁਣਨਾ, ਆਪਸ ਵਿੱਚ ਸਾਂਝ ਪਾਉਣੀ, ਇਹ ਅਸੀਸ ਹੈ ਜਿਹੜੀ ਅਸੀਂ ਇੱਕ ਦੂਜੇ ਨੂੰ ਦਿੰਦੇ ਹਾਂ। ਇਹੀ ਆਸ਼ੀਰਵਾਦ ਹੈ। ਇਹੀ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਆਵੋ ਭਾਈ ਹੋ ਗਲ ਮਿਲੇ, ਮਿਲ ਮਿਲ ਦੇ ਅਸੀਸਾਂ ਹੈ। ਤੇ ਅਸੀਸ ਦਾ ਅਰਥ ਇਹ ਹੋਣਾ ਚਾਹੀਦਾ ਹੈ, ਸਚੜਾ ਮੇਲ ਨਾ ਚੁਕਈ, ਪ੍ਰੀਤਮ ਕੀਆਂ ਦੇ ਅਸੀਸਾਂ ਹੈ। ਤੇ ਅਸੀਸ ਕਿਹੜੀ ਦੇਣੀ? ਅਸੀਸਾਂ ਦੇਵੋ ਭਗਤ ਕਰਿਵੋ, ਮਿਲਿਆਂ ਕਾ ਕਿਆ ਮੇਲੋ, ਇੱਕ ਭੂਲੇ ਨਾਮੋ ਥੇਵੋ ਥਾਵੋ, ਗੁਰ ਸ਼ਬਦੀ ਸੱਚ ਖੇਲੋ। ਗੁਰੂ ਪਾਤਸ਼ਾਹ ਕਹਿੰਦੇ ਇਹ ਕਾਮਨਾ ਰੱਖਣੀ ਹੈ ਸਤ ਸੰਗੀ ਬਣ ਕੇ ਕਿ ਮੇਰਾ ਵੀ ਮੇਲ ਸੱਚ ਨਾਲੋਂ ਨਾ ਟੁੱਟੇ, ਤੁਹਾਡਾ ਵੀ ਮੇਲ ਸੱਚ ਨਾਲੋਂ ਨਾ ਟੁੱਟੇ। ਭਾਵ ਸਾਡਾ ਸਾਰਿਆਂ ਦੀ ਅਸੀਸ ਦਾ ਇੱਕੋ ਹੀ ਅਰਥ, ਇੱਕੋ ਹੀ ਮਤਲਬ, ਇੱਕੋ ਹੀ ਮਕਸਦ ਹੋਣਾ ਚਾਹੀਦਾ ਹੈ, ਉਹ ਹੈ ਸੱਚ ਨਾਲ ਮਿਲਾਪ ਕਿਵੇਂ ਹੋਵੇ। ਸਾਡੀ ਅਸੀਸ ਦਾ ਅਰਥ ਇਹੋ ਹੀ ਹੋਵੇ। ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਵੀ ਕਿਸੇ ਐਸੀ ਅਸੀਸ ਦਾ ਹੀ ਜ਼ਿਕਰ ਕਰ ਰਹੇ ਹਨ। ਮਹਾਰਾਜ ਕਹਿੰਦੇ, ਪੂਤਾ ਜਿਵੇਂ ਕੋਈ ਮਾਂ ਆਪਣੇ ਪੁੱਤਰ ਨੂੰ, ਆਪਣੀ ਧੀ ਨੂੰ, ਆਪਣੇ ਬੱਚੇ ਨੂੰ ਅਸੀਸ ਦੇ ਰਹੀ ਹੋਵੇ। ਇੱਥੇ ਪੂਤ ਪੁੱਤਰ ਦਾ ਅਰਥ ਹੈ ਮਨ। ਪੂਤਾ ਮਾਤਾ ਕੀ ਅਸੀਸ ਤੇ ਮਾਤਾ ਹੈ ਸੁਧਰੀ ਹੋਈ ਮਤ, ਗੁਰੂ ਦੇ ਸ਼ਬਦ ਨਾਲ ਜੁੜੀ ਹੋਈ ਮਤ, ਸ਼ਬਦ ਮੁਤਾਬਕ ਘੜੀ ਹੋਈ ਮਤ, ਸਵਰੀ ਹੋਈ ਮਤ, ਜਾਗੀ ਹੋਈ ਮਤ, ਜਿਸ ਨੂੰ ਗੁਰ ਮਤ ਆਖਦੇ ਹਨ। ਇਹ ਗੁਰੂ ਦੀ ਮਤ ਵੱਲੋਂ, ਮਾਂ ਵੱਲੋਂ ਇਸ ਮਨ ਨੂੰ ਅਸੀਸ ਹੈ। ਕਿਹੜੀ ਅਸੀਸ? ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਕਿ ਹੇ ਮੇਰੇ ਪੁੱਤਰ ਮਨ, ਇੱਕ ਅੱਖ ਝਮਕਣ ਜਿੰਨੇ ਸਮੇਂ ਵਿੱਚ ਵੀ ਤੂੰ ਉਸ ਕਰਤੇ ਦੇ ਨਾਮ ਨਾਲੋਂ ਟੁੱਟੇ ਨਾ, ਉਸ ਨਾਮ ਨਾਲੋਂ ਤੇਰੀ ਸਾਂਝ ਟੁੱਟੇ ਨਾ। ਇੱਕ ਨਿਮਖ ਜਿੰਨਾ ਸਮਾਂ ਵੀ ਤੈਨੂੰ ਵਾਹਿਗੁਰੂ ਹਰੀ ਵਿਸਰੇ ਨਾ। ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਜਗਤ ਦੇ ਮਾਲਕ ਵਾਹਿਗੁਰੂ ਨੂੰ ਤੂੰ ਸਦਾ ਹੀ ਚੇਤੇ ਵਿੱਚ ਰੱਖੇ, ਸਦਾ ਯਾਦ ਰੱਖੇ। ਉਹਦੇ ਬਖਸ਼ੇ ਗੁਣਾਂ ਨੂੰ ਤੂੰ ਸਦਾ ਹੀ ਜਿਉਂਦਾ ਰਵੇਂ, ਸਦਾ ਹੀ ਹੰਢਾਉਂਦਾ ਰਵੇਂ, ਉਹਦੇ ਗੁਣਾਂ ਦੇ ਨਾਲ ਸਾਂਝ ਪਾਈ ਰੱਖੇ। ਇਹ ਅਸੀਸ ਚੰਗੀ ਮਤ ਨੇ ਮਨ ਨੂੰ ਦੇਣੀ ਹੈ। ਗੁਰੂ ਪਿਆਰ ਵਾਲਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਆਖਿਆ, ਮਤ ਸ਼੍ਰੋਮਣੀ ਹੈ। ਜੇਕਰ ਮਤ ਗੁਰੂ ਦੇ ਸ਼ਬਦ ਮੁਤਾਬਕ ਗੁਰ ਮਤ ਵਾਲੀ ਮਤ ਬਣ ਗਈ ਹੈ, ਗੁਰੂ ਵਾਲੀ ਮਤ ਬਣ ਗਈ ਹੈ, ਤਾਂ ਮਨ ਕਦੇ ਵੀ ਉਲਟੇ ਪਾਸੇ ਨਹੀਂ ਜਾਵੇਗਾ। ਪਰ ਇੱਕ ਬਚਨ ਮਹਾਰਾਜ ਦੀ ਬਾਣੀ ਨੇ ਆਖਿਆ, ਕਹਿਣ ਲੱਗੇ ਇੱਕ ਅਨੋਖੀ ਘਟਨਾ ਬੰਦੇ ਦੇ ਜੀਵਨ ਵਿੱਚ ਘਟ ਰਹੀ ਹੈ। ਉਹ ਅਨੋਖੀ ਘਟਨਾ ਕਿਹੜੀ ਹੈ? ਕਿ ਮਤ ਦੇ ਮੁਤਾਬਕ ਮਨ ਨੇ ਚੱਲਣਾ ਸੀ, ਪਰ ਗੱਲ ਉਲਟੀ ਹੋ ਗਈ, ਮਨ ਦੇ ਮੁਤਾਬਕ ਮਤ ਚੱਲ ਰਹੀ ਹੈ। ਇਸ ਦਾ ਜ਼ਿਕਰ ਮਹਾਰਾਜ ਬਾਣੀ ਚੇਵੇਂ ਕਰਦੇ, ਕਹਿੰਦੇ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੂੰਗੈ ਨਿਤ ਭੇਡ। ਕਹਿੰਦੇ ਵੇਖੋ ਉਲਟੀ ਗੱਲ ਇਹ ਹੈ ਕਿ ਲੇਲੇ ਨੇ ਭੇਡ ਨੂੰ ਚੁੰਗਣਾ ਹੈ, ਕਿਉਂਕਿ ਉਹ ਉਸ ਦਾ ਬੱਚਾ ਹੈ। ਭਾਵ ਲੇਲੇ ਨੇ, ਬੱਚੇ ਨੇ ਆਪਣੀ ਮਾਂ ਦੇ ਪਿੱਛੇ ਚੱਲਣਾ, ਪਰ ਗੱਲ ਉਲਟੀ ਹੋ ਗਈ। ਕਹਿਣ ਲੱਗੇ ਲੇਲੇ ਕੋ ਚੁੰਗੈ ਨਿਤ ਭੇਡ, ਭਾਵ ਮਨ ਦੇ ਪਿੱਛੇ ਮਤ ਤੁਰੀ ਜਾ ਰਹੀ ਹੈ। ਚਾਹੀਦਾ ਤਾਂ ਇਹ ਹੈ ਕਿ ਮਨ ਜਿਹੜਾ ਉਹ ਮਤ ਦੇ ਮੁਤਾਬਕ ਕਰਮ ਕਰੇ, ਮਤ ਘੜੀ ਜਾਏ ਗੁਰੂ ਸੰਗਤ ਵਿੱਚ ਬੈਠ ਕੇ, ਪਰ ਕੰਮ ਉਲਟਾ ਹੋ ਗਿਆ। ਮਤ ਦੀ ਗੱਲ ਜਿਹੜੀ ਹੈ, ਗਿਆਨ ਦੀ ਗੱਲ ਜਿਹੜੀ ਹੈ, ਸੋਚਣ ਸ਼ਕਤੀ ਜਿਹੜੀ ਹੈ, ਉਹ 2 ਨੰਬਰ ਤੇ ਰਹਿ ਗਈ ਹੈ ਤੇ ਮਨ ਦੇ ਵੇਗ ਪਹਿਲੇ ਨੰਬਰ ਤੇ ਆ ਗਏ ਨੇ। ਜਦੋਂ ਅਸੀਂ ਆਪਣੇ ਮਨ ਦੇ ਹੁਕਮ ਦੇ ਵੱਜੇ ਗਲਤੀ ਕਰ ਲੈਂਦੇ ਹਾਂ, ਤਾਂ ਬਾਅਦ ਵਿੱਚ ਜਦੋਂ ਸਾਨੂੰ ਪਛਤਾਵਾ ਹੁੰਦਾ ਤੇ ਅਸੀਂ ਆਪਣਾ ਮੱਥਾ ਫੜ ਲੈਂਦੇ ਹਾਂ, ਕਹਿੰਦੇ ਓਹੋ ਸੋਚਿਆ ਹੀ ਨਹੀਂ ਕਿ ਇਵੇਂ ਹੋ ਜਾਏਗਾ, ਪਤਾ ਹੀ ਨਹੀਂ ਚੱਲਿਆ, ਖਿਆਲ ਹੀ ਨਹੀਂ ਆਇਆ, ਵਿਚਾਰ ਹੀ ਨਹੀਂ ਕੀਤੀ। ਗੁਰੂ ਪਿਆਰ ਵਾਲਿਓ, ਸਪਸ਼ਟ ਗੱਲ ਹੈ ਕਿ ਵਿਚਾਰ ਨਹੀਂ ਕੀਤੀ, ਇਸ ਕਰਕੇ ਮਨ ਦੇ ਵੇਗ 'ਚ ਹੀ ਕੰਮ ਕਰ ਗਏ। ਸੋਚਿਆ ਨਹੀਂ, ਇਸ ਕਰਕੇ ਮਨ ਦੇ ਵੇਗ 'ਚ ਹੀ ਕੰਮ ਕਰ ਗਏ।
ਖਿਆਲ ਨਹੀਂ ਆਇਆ, ਇਸ ਕਰਕੇ ਮਨ ਦੇ ਵੇਗ 'ਚ ਹੀ ਗਲਤੀ ਕਰ ਲਈ, ਮਨ ਮਤ ਕਮਾ ਲਈ, ਅਧਰਮ ਕਰ ਲਿਆ, ਬੁਰਾਈ ਕਮਾ ਲਈ, ਤੇ ਬਾਅਦ ਵਿੱਚ ਮੱਥਾ ਫੜ ਕੇ ਆਖਿਆ ਓਹੋ ਇਹ ਤਾਂ ਗਲਤੀ ਹੋ ਗਈ, ਵਿਚਾਰ ਹੀ ਨਹੀਂ ਕੀਤੀ, ਸੋਚਿਆ ਹੀ ਨਹੀਂ ਸੀ ਕਿ ਇਵੇਂ ਹੋ ਜਾਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਜਿਹੜੇ ਜੀਵਾਂ ਨੇ ਆਪਣੀ ਮਤ ਗੁਰੂ ਸ਼ਬਦ ਨਾਲ ਘੜੀ ਹੈ ਤੇ ਮਤ ਦੇ ਮੁਤਾਬਕ ਜੀਵਨ ਜੀਵਿਆ ਹੈ, ਸਤਿਗੁਰੂ ਆਖਦੇ ਉਹਨਾਂ ਨੇ ਕਦੇ ਧੋਖਾ ਨਹੀਂ ਖਾਧਾ। ਕਿਉਂਕਿ ਗੁਰੂ ਦੇ ਸ਼ਬਦ ਨਾਲ ਘੜੀ ਹੋਈ, ਜਦ ਖਿਆਲ ਕਰੋ ਜੇ ਇੱਕ ਘਰ ਵਿੱਚ ਇੱਕ ਮਾਂ ਗੁਰਮਤ ਨਾਲ ਜੁੜੀ ਹੋਈ ਹੈ ਨਾ, ਉਹ ਆਪਣੇ ਬੱਚੇ ਨੂੰ ਕਦੇ ਇਹ ਨਹੀਂ ਆਖੇਗੀ ਕਿ ਮੇਰਾ ਬੱਚਾ ਕੇਸ ਕਤਲ ਕਰਵਾ ਦੇਵੇ, ਉਹ ਇਹ ਕਦੇ ਕਾਮਨਾ ਨਹੀਂ ਕਰੇਗੀ ਕਿ ਮੇਰਾ ਬੱਚਾ ਨਸ਼ਾ ਕਰੇ, ਉਹ ਇਹ ਕਦੇ ਵੀ ਨਹੀਂ ਕਹੇਗੀ ਔਰ ਨਾ ਹੀ ਆਪਣੇ ਬੱਚੇ ਨੂੰ ਕਰਨ ਦੇਵੇਗੀ ਕਿ ਮੇਰਾ ਬੱਚਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਟੁੱਟ ਕੇ ਕਿਸੇ ਹੋਰ ਥਾਂ ਤੇ ਜਾਵੇ, ਕਿਸੇ ਡੇਰੇ 'ਚ ਜਾਏ, ਕਿਸੇ ਸਰੀਰ ਨੂੰ ਮੱਥਾ ਟੇਕੇ, ਕੋਈ ਮਨਮਤ ਕਰੇ। ਜੇ ਮਾਂ ਗੁਰਮਤ ਨਾਲ ਜੁੜੀ ਹੋਈ ਹੈ ਤੇ ਉਹ ਕਦੇ ਨਹੀਂ ਚਾਹੇਗੀ ਕਿ ਉਸ ਦਾ ਬੱਚਾ ਬੁਰੀ ਸੰਗਤ ਵਿੱਚ ਬੈਠੇ। ਪਰ ਇੱਕ ਖਿਆਲ ਹੋਰ ਕਰਨਾ, ਜੇਕਰ ਮਾਂ ਦਾ ਆਪਣਾ ਸੁਭਾਅ ਗੁਰਮਤ ਵਾਲਾ ਨਹੀਂ, ਉਸ ਨੂੰ ਸਿੱਖ ਵਿਰਸੇ ਦੀ, ਸਿੱਖ ਸੱਭਿਆਚਾਰ ਦੀ, ਸਿੱਖ ਇਤਿਹਾਸ ਦੀ, ਗੁਰਮਤ ਦੀ ਇੱਕ ਰੰਚਕ ਮਾਤਰ ਵੀ ਸੋਝੀ ਨਹੀਂ, ਇੱਕ ਕਣੀ ਵੀ ਉਹਦੇ ਹਿਰਦੇ 'ਚ ਨਹੀਂ, ਤਾਂ ਖਿਆਲ ਕਰਿਓ ਉਹ ਮਾਂ ਆਪ ਆਪਣੇ ਬੱਚੇ ਦੇ ਕੇਸ ਕਤਲ ਕਰਵਾਉਣ ਲਈ ਕੋਸ਼ਿਸ਼ ਕਰਦੀ ਹੈ। ਉਹ ਮਾਂ ਆਪਣੇ ਬੱਚੇ ਨੂੰ ਨਸ਼ੇੜੀ ਹੁੰਦਿਆਂ ਵੇਖ ਕੇ ਮੱਥੇ ਵੱਟ ਨਹੀਂ ਪਾਉਂਦੀ। ਉਸ ਨੂੰ ਆਪਣੇ ਬੱਚੇ ਦੀ ਕੁਸੰਗਤ ਨਾਲ ਕੋਈ ਮਤਲਬ ਨਹੀਂ, ਉਹ ਜਿੱਥੇ ਮਰਜ਼ੀ ਜਾਏ। ਉਹ ਆਪਣੇ ਬੱਚੇ ਨੂੰ ਮਨ ਮਤ ਤੋਂ ਰੋਕ ਨਹੀਂ ਸਕਦੀ, ਉਹ ਜਿਹੋ ਜਿਹਾ ਮਰਜ਼ੀ ਕਰਮ ਕਰਦਾ ਰਹੇ। ਉਹ ਗੁਰਮਤ ਨਾਲੋਂ ਟੁੱਟ ਜਾਏ, ਉਹ ਗਲਤ ਕਾਰਵਾਈਆਂ ਵਿੱਚ ਪੈ ਜਾਏ, ਕਿਉਂਕਿ ਮਾਂ ਆਪ ਦੁਰਮਤ ਵਿੱਚ ਗ੍ਰਸੀ ਹੋਈ ਹੈ। ਇਸ ਕਰਕੇ ਆਪਣੇ ਬੱਚੇ ਨੂੰ ਕਿਵੇਂ ਸਮਝਾ ਸਕਦੀ ਹੈ? ਮਾਂ ਜੇ ਗੁਰਮਤ ਨਾਲ ਜੁੜੀ ਹੋਈ ਹੈ, ਬੱਚੇ ਨੂੰ ਸਮਝਾ ਸਕਦੀ ਹੈ। ਠੀਕ ਇਸੇ ਤਰ੍ਹਾਂ ਮਤ ਜਿਹੜੀ ਹੈ, ਮਤ ਸਤਿਗੁਰੂ ਜੀ ਆਖਦੇ ਮਾਤਾ ਮਤ, ਕਿ ਚੰਗੀ ਮਤ ਜਿਹੜੀ ਹੈ ਸਾਡੀ ਮਾਂ ਸਮਾਨ ਹੈ। ਮਹਾਰਾਜ ਕਹਿੰਦੇ ਜੇ ਤਾਂ ਮਤ ਗੁਰੂ ਨਾਲ ਜੁੜੀ ਹੋਈ ਹੈ, ਗੁਰਮਤ ਨਾਲ ਜੁੜੀ ਹੋਈ ਹੈ, ਸ਼ਬਦ ਨਾਲ ਘੜੀ ਗਈ ਹੈ, ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ, ਤੇ ਮਨ ਨੂੰ ਉਲਟੇ ਪਾਸੇ ਨਹੀਂ ਜਾਣ ਦੇਵੇਗੀ, ਮਨ ਨੂੰ ਕੁਸੰਗਤ ਵਿੱਚ ਨਹੀਂ ਫਸਣ ਦੇਵੇਗੀ, ਮਨ ਨੂੰ ਸੰਸਾਰ ਦੇ ਧੰਦਿਆਂ ਦੀ ਛੱਟ ਨਹੀਂ ਚੁੱਕਣ ਦੇਵੇਗੀ, ਮਨ ਨੂੰ ਮਨ ਮਤਾ ਨਹੀਂ ਕਰਨ ਦੇਵੇਗੀ। ਤੇ ਜੇ ਮਤ ਆਪ ਹੀ ਗ੍ਰਸੀ ਹੋਈ ਹੈ ਭੈੜ ਦੇ ਵਿੱਚ, ਇਹਦੇ ਤੇ ਮੈਲ ਲੱਗੀ ਹੈ ਵਿਕਾਰਾਂ ਦੀ, ਇਹ ਦੁਰਮਤ ਹੈ, ਤਾਂ ਖਿਆਲ ਕਰਿਓ ਕਿ ਇਹ ਮਨ ਤੇ ਕਾਬੂ ਨਹੀਂ ਰੱਖ ਸਕਦੀ। ਮਨ ਜਿਹੋ ਜਿਹੀ ਸੰਗਤ ਵਿੱਚ ਮਰਜ਼ੀ ਜਾਏ, ਮਨ ਅੰਦਰ ਜਿਹੋ ਜਿਹੇ ਉਲਟੇ ਸਿੱਧੇ ਖਿਆਲ ਮਰਜ਼ੀ ਆਉਣ, ਮਨ ਦਾ ਸੁਭਾਅ ਜਿਹੋ ਜਿਹਾ ਮਰਜ਼ੀ ਬਣ ਜਾਏ, ਇਸ ਨੂੰ ਰੋਕ ਨਹੀਂ ਸਕਦੀ। ਜਿਵੇਂ ਇੱਕ ਘਰ ਨੂੰ ਇੱਕ ਔਰਤ ਚਲਾਉਂਦੀ ਹੈ, ਖਿਆਲ ਕਰਿਓ। ਮੈਂ ਕਈ ਵਾਰ ਹੈਰਾਨ ਹੁੰਨਾ, ਗੁਰਦੇਵ ਧੰਨ ਗੁਰੂ ਨਾਨਕ ਪਾਤਸ਼ਾਹ ਨੇ, ਦੇਖੋ ਪੁਰਾਣੇ ਮਤਾਂ ਦੇ ਵਿੱਚ ਥੋੜਾ ਜਿਹਾ ਪਿੱਛੇ ਚਲੇ ਜਾਈਏ, ਇਤਿਹਾਸ ਸਾਨੂੰ ਇਸ ਗੱਲ ਬਾਰੇ ਜਾਣਕਾਰੀ ਦਿੰਦਾ ਹੈ ਕਿ ਅਣਗਿਣਤ ਮਤ ਮਤਾਂਦਰ ਜਿਹੜੇ ਸਾਨੂੰ ਪੈਦਾ ਹੋਏ, ਪਰ ਔਰਤ ਨੂੰ ਧਰਮ ਦੇ ਵਿੱਚ ਸ਼ਾਮਲ ਕਰਨ ਲੱਗਿਆਂ 100 ਵਾਰ ਧਰਮ ਮੁਖੀਆਂ ਨੇ ਸੋਚਿਆ, ਔਰ ਇੱਕੋ ਹੀ ਕਾਰਨ ਸੀ ਕਿ ਔਰਤ ਨੂੰ ਅੱਜ ਤੱਕ ਮਾੜਾ, ਨੀਚ ਤੇ ਨੀਵਾਂ ਤੇ ਹੀਣਾ ਹੀ ਸਮਝਿਆ ਜਾਂਦਾ ਰਿਹਾ। ਉਸ ਨੂੰ ਆਪਣੇ ਪੇਕੇ ਘਰ ਵਿੱਚ ਬੇਗਾਨੀ ਧੀ, ਪਰਾਇਆ ਧਨ, ਤੇ ਸਹੁਰੇ ਘਰ ਵਿੱਚ ਬੇਗਾਨੀ ਧੀ ਆਖ ਕੇ ਉਸ ਨੂੰ ਦੋਵਾਂ ਘਰੋਂ ਤੋਂ ਬੇਗਾਨਾ ਹੀ ਸਮਝਿਆ ਜਾਂਦਾ। ਇਹ ਤਾਂ ਸਮਾਜ ਦੀ ਗੱਲ ਹੈ ਨਾ, ਪਰ ਮੈਂ ਧਰਮ ਦੇ ਖੇਤਰ ਦੀ ਗੱਲ ਕਰਾਂ ਤਾਂ ਔਰਤ ਨਾਲ ਧੱਕਿਆਂ ਦੀ ਦਾਸਤਾਨ ਉੱਥੇ ਵੀ ਬੜੀ ਵੱਡੀ ਹੈ। ਕੋਈ ਉਸ ਨੂੰ ਪੈਰ ਦੀ ਜੁੱਤੀ ਆਖਦਾ ਰਿਹਾ, ਕੋਈ ਉਸ ਨੂੰ ਨਰਕਾਂ ਦਾ ਦੁਆਰ ਆਖਦਾ ਰਿਹਾ, ਕੋਈ ਉਸ ਨੂੰ ਮਾਇਆ ਦੀ ਮੂਰਤ ਆਖਦਾ ਰਿਹਾ। ਕਦੇ ਕਿਸੇ ਜੋਗੀ, ਕਦੇ ਕਿਸੇ ਸਿੱਧ, ਕਦੇ ਕਿਸੇ ਸੰਨਿਆਸੀ ਨੇ, ਕਦੇ ਕਿਸੇ ਉਦਾਸੀ ਨੇ, ਕਦੇ ਕਿਸੇ ਸ਼ਾਸਤਰ ਰਚਨ ਵਾਲੇ ਨੇ, ਕਦੇ ਸਿਮਰਤੀਆਂ ਰਚਨ ਵਾਲੇ ਨੇ। ਔਰਤ ਨੂੰ ਜਿੰਨਾ ਵੀ ਉਹ ਜ਼ਲੀਲ ਕਰ ਸਕਦਾ ਸੀ ਰੱਜ ਕੇ ਕੀਤਾ। ਪਰ ਤੁਸੀਂ ਇੱਕ ਅਨੋਖੀ ਗੱਲ ਵੇਖੋਗੇ, ਇੱਕ ਵਿਲੱਖਣ ਗੱਲ ਵੇਖੋਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼। ਉਹ ਇਹ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਖੀ ਦੀ ਦਾਤ ਬਖਸ਼ ਰਹੇ ਨੇ, ਤੇ ਸਿੱਖੀ ਦੀ ਦਾਤ ਲੈਣ ਵਾਲਿਆਂ ਵਿੱਚ ਉਸ ਕਤਾਰ ਵਿੱਚ ਜੋ ਪਹਿਲੇ ਨੰਬਰ ਤੇ ਖੜਾ ਹੈ ਉਹ ਇੱਕ ਔਰਤ ਹੈ। ਖਿਆਲ ਕਰਿਓ,
ਕਹਿਣ ਤੋਂ ਮੁਰਾਦ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਦਾਤ ਦਿੱਤੀ ਤੇ ਸਭ ਤੋਂ ਪਹਿਲਾਂ ਸਿੱਖੀ ਦੀ ਦਾਤ ਨੂੰ ਕਿਸ ਨੇ ਆਪਣੀ ਝੋਲੀ ਪਵਾਇਆ? ਇੱਕ ਔਰਤ ਨੇ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਨੇ, ਉਮਰ ਵਿੱਚ 5 ਸਾਲ ਵੱਡੀ ਹੈ। ਸਭ ਤੋਂ ਪਹਿਲਾਂ ਜੇ ਕਿਸੇ ਨੇ ਸਿੱਖੀ ਧਾਰਨ ਕੀਤੀ ਹੈ ਨਾ, ਸਿੱਖ ਇਤਿਹਾਸ ਦੇ ਅੰਦਰ ਜਿਸ ਦਾ ਜ਼ਿਕਰ ਹੈ ਉਹ ਇੱਕ ਔਰਤ ਦਾ ਜ਼ਿਕਰ ਹੈ। ਜਿੱਥੇ ਦੂਜੇ ਔਰਤ ਨੂੰ ਦੂਰ ਕਰਦੇ ਰਹੇ, ਧੱਕਦੇ ਰਹੇ ਕਿ ਧਰਮੀ ਨਹੀਂ ਬਣ ਸਕਦੀ, ਇਹ ਨਰਕਾਂ ਦਾ ਦੁਆਰ ਹੈ, ਇਹ ਮਾਇਆ ਦੀ ਪੁਤਲੀ ਹੈ, ਇਸ ਦਾ ਤਿਰਸਕਾਰ ਜਿੰਨਾ ਕੀਤਾ ਜਾਏ ਉਨਾ ਹੀ ਥੋੜਾ ਹੈ। ਉੱਥੇ ਗੁਰੂ ਨਾਨਕ ਮਹਾਰਾਜ ਨੇ ਜਦੋਂ ਸਿੱਖੀ ਦੀਆਂ ਦਾਤਾਂ ਵੰਡੀਆਂ ਤਾਂ ਸਭ ਤੋਂ ਪਹਿਲਾਂ ਇੱਕ ਔਰਤ ਨੂੰ ਸਿੱਖ ਸਜਾਇਆ, ਇੱਕ ਔਰਤ ਨੂੰ ਸਿੱਖੀ ਦੀ ਦਾਤ ਦਿੱਤੀ। ਇਹ ਆਪਣੇ ਆਪ ਵਿੱਚ ਬੜੀ ਵੱਡੀ ਮਾਣ ਵਾਲੀ ਗੱਲ ਹੈ, ਕਿਉਂਕਿ ਕੇਵਲ ਆਖਿਆ ਹੀ ਨਹੀਂ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਆਪ ਆਪਣੇ ਕਥਨ ਨੂੰ ਸੱਚ ਕਰਕੇ ਵਿਖਾਇਆ ਕਿ ਕੇਵਲ ਮੰਦਾ ਆਖਣ ਤੋਂ ਹੀ ਨਹੀਂ ਰੁਕਣਾ, ਇਸ ਨੂੰ ਇਸ ਦਾ ਬਣਦਾ ਹੱਕ ਵੀ ਅਦਾ ਕਰਨਾ ਹੈ, ਇਸ ਨੂੰ ਇਸ ਦਾ ਬਣਦਾ ਹੱਕ ਵੀ ਦੇਣਾ ਹੈ। ਗੁਰੂ ਪਿਆਰ ਵਾਲਿਓ, ਮੈਂ ਕਈ ਵਾਰ ਸੋਚਦਾ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਕਿਤਨੇ ਬਖਸ਼ਿਸ਼ਾਂ ਤੇ ਤਰਸ ਤੇ ਰਹਿਮ ਦਿਲ ਹਨ। ਉਹਨਾਂ ਦੇ ਹਰ ਇੱਕ ਕਰਮ ਵਿੱਚੋਂ ਕੈਸੇ ਵੱਡੇ ਵੱਡੇ ਪਰਉਪਕਾਰ ਝਲਕਦੇ ਵਿਖਾਈ ਦਿੰਦੇ ਨੇ। ਮੇਰੇ ਸਤਿਗੁਰਾਂ ਨੇ ਸੋਚਿਆ, ਜਿਸ ਘਰ ਦੀ ਔਰਤ ਸਿੱਖੀ ਨਾਲ ਜੁੜੀ ਹੋਵੇਗੀ, ਜਿਸ ਘਰ ਦੀ ਔਰਤ ਗੁਰਮਤ ਨਾਲ ਜੁੜੀ ਹੋਏਗੀ, ਉਹ ਘਰ ਦੇ ਵਿੱਚ ਮਾਹੌਲ ਆਪਣੇ ਆਪ ਹੀ ਸਿੱਖੀ ਵਾਲਾ ਬਣ ਜਾਵੇਗਾ। ਜਿਹੜੀ ਔਰਤ ਆਪ ਗੁਰਦੁਆਰੇ ਆਏਗੀ, ਬਾਣੀ ਪੜ੍ਹੇਗੀ, ਉਸ ਦੇ ਬੱਚੇ, ਉਸ ਦਾ ਪਰਿਵਾਰ ਆਪ ਬਾਣੀ ਪੜ੍ਹੇਗਾ, ਆਪ ਗੁਰਦੁਆਰਾ ਸਾਹਿਬ ਆਏਗਾ। ਜਿਹੜੀ ਔਰਤ ਆਪ ਸਤਿਗੁਰੂ ਦੀ ਬਾਣੀ ਦੀ ਵਿਚਾਰਵਾਨ ਹੋਏਗੀ, ਉਹਦੀ ਰਸਨਾ ਤੋਂ ਬੋਲ ਨਿਕਲਣਗੇ, ਉਹਦੇ ਬੱਚੇ ਵੀ ਸੁਣਨਗੇ, ਉਹਦਾ ਪਰਿਵਾਰ ਵੀ ਸੁਣੇਗਾ। ਕਦੇ ਇਤਿਹਾਸ ਦੇ ਪੱਤਰੇ ਪੋੜਦੇ ਆ ਇਸ ਘਟਨਾ ਨੂੰ ਧਿਆਨ ਨਾਲ ਪੜ੍ਹੀਏ ਕਿ ਜਿਸ ਵੇਲੇ ਬਾਬਾ ਅਮਰਦਾਸ ਗੁਰਦੇਵ ਧੰਨ ਗੁਰੂ ਅੰਗਦ ਸਾਹਿਬ ਦੇ ਕੋਲ ਆਏ ਨਾ, ਤੇ ਵਿਚਕਾਰ ਇੱਕ ਜਰੀਆ ਬਣਿਆ। ਉਹ ਜਰੀਆ ਇੱਕ ਔਰਤ ਬਣੀ, ਖਿਆਲ ਕਰਿਓ। ਉਹ ਔਰਤ ਕੌਣ ਹੈ? ਧੰਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸੁਪੁੱਤਰੀ, ਜਿਸ ਬਾਰੇ ਸਾਡਾ ਇਤਿਹਾਸ ਕਹਿੰਦਾ, ਉਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਜ਼ਬਾਨੀ ਕੰਠ ਸੀ। ਔਰ ਉਹ ਬੀਬੀ ਅਮਰੋ ਜਿਹੜੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨਾਲ ਵਿਆਹੀ ਹੋਈ, ਉਸ ਦਾ ਨਾਂ ਭਾਈ ਜੱਸੂ ਹੈ। ਘਰ ਸਾਂਝਾ ਸੀ, ਗੁਰਮਤ ਵਾਲਾ ਜੀਵਨ ਹੈ, ਬਾਣੀ ਪੜ੍ਹਦੀ ਹੈ, ਕੋਈ ਮਨ ਮਤ ਨਹੀਂ, ਕੋਈ ਕਰਮ ਕਾਂਡ ਨਹੀਂ, ਸੁਭਾਅ ਬੜਾ ਨਿਰਛਲ ਤੇ ਪਿਆਰਾ ਹੈ, ਸਭਨਾਂ ਦਾ ਅਦਬ ਸਤਿਕਾਰ ਕਰਨ ਵਾਲੀ ਹੈ, ਗੁਰਮਤ ਦੇ ਗੁਣਾਂ ਨੂੰ ਪ੍ਰਣਾਈ ਹੋਈ ਹੈ। ਉਸ ਦੇ ਸਿੱਖੀ ਜੀਵਨ ਵੱਲ ਵੇਖ ਕੇ ਸਾਰੇ ਦਾ ਸਾਰਾ ਪਰਿਵਾਰ ਅੰਤਾਂ ਦਾ ਖੁਸ਼ ਹੈ, ਪ੍ਰਭਾਵਿਤ ਹੈ। ਪਰ ਉਦੋਂ ਹੱਦ ਹੀ ਹੋ ਗਈ, ਕਮਾਲ ਹੀ ਹੋ ਗਈ, ਜਦੋਂ ਬੜੇ ਪਿਆਰ ਨਾਲ ਬੀਬੀ ਅਮਰੋ ਦੁੱਧ ਰਿੜਕਦਿਆਂ ਹੋਇਆਂ ਇਹ ਸ਼ਬਦ ਪੜ੍ਹ ਰਹੀ ਸੀ, ਕਰਨੀ ਕਾਗਦ। ਜਿਸ ਵੇਲੇ ਗੁਰੂ ਨਾਨਕ ਮਹਾਰਾਜ ਦੇ ਬੋਲ ਗਾ ਰਹੀ ਸੀ, ਧੰਨ ਸਤਿਗੁਰੂ ਗੁਰੂ ਨਾਨਕ ਮਹਾਰਾਜ ਦਾ ਸ਼ਬਦ ਪੜ੍ਹ ਰਹੀ ਹੈ, ਬਾਬਾ ਅਮਰਦਾਸ ਸੁਣ ਰਹੇ ਨੇ। ਇਸ ਸ਼ਬਦ ਨੇ ਉਹਨਾਂ ਦੇ ਮਨ ਨੂੰ ਐਸਾ ਮੋੜਾ ਦੇ ਦਿੱਤਾ ਕਿ ਉਹ ਹਮੇਸ਼ਾ ਲਈ ਗੁਰਮਤ ਨੂੰ ਆਪਣਾ ਜੀਵਨ ਸਮਰਪਿਤ ਕਰ ਗਏ। ਪਰ ਖਿਆਲ ਕਰਿਓ, ਇੱਕ ਔਰਤ ਨੇ ਏਡਾ ਵੱਡਾ ਜੀਵਨ ਤਬਦੀਲ ਕਰ ਦਿੱਤਾ ਹੈ, ਇੱਕ ਮਾਹੌਲ ਬਦਲ ਦਿੱਤਾ ਹੈ। ਤੁਸੀਂ ਇਤਿਹਾਸ ਦੇ ਸੱਚ ਨੂੰ ਕਦੇ ਖੋਜਣ ਦੀ ਕੋਸ਼ਿਸ਼ ਕਰੋ। ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਸੋਚ ਸ਼ਾਇਦ ਇਹੀ ਹੈ, ਕਿਉਂਕਿ ਘਰ ਦਾ ਬੇਸ, ਘਰ ਦਾ ਆਧਾਰ ਇੱਕ ਔਰਤ ਹੈ। ਔਰਤ ਦੇ ਖਿਆਲ ਜੇ ਗੁਰਮਤ ਵਾਲੇ ਹੋ ਜਾਣਗੇ ਨਾ, ਬੱਚਿਆਂ ਨੂੰ ਗੁੜਤੀ ਗੁਰਮਤ ਦੀ ਮਿਲ ਜਾਏਗੀ। ਔਰਤ ਦੇ ਖਿਆਲ ਜੇਕਰ ਗੁਰਬਾਣੀ ਵਾਲੇ ਬਣ ਜਾਣਗੇ ਤਾਂ ਘਰ ਦੇ ਵਿੱਚ ਮਾਹੌਲ ਗੁਰਮਤ ਵਾਲਾ ਸਿਰਜਣਾ ਸੌਖਾ ਹੋ ਜਾਵੇਗਾ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਆਪਣੇ ਆਪ ਨੂੰ ਕਰਤਾ ਪੁਰਖ ਵਾਹਿਗੁਰੂ ਦੇ ਦਰ ਤੇ ਪੇਸ਼ ਕਰਦੇ ਨੇ ਨਾ, ਇੱਕ ਔਰਤ ਦੇ ਰੂਪ ਵਿੱਚ ਜੋਦੜੀ ਤੇ ਬੇਨਤੀ ਕਰਦੇ ਹਨ, ਆਵੋ ਭੈਣੇ ਗਲ ਮਿਲਾਂ ਅੰਕ ਸਹੇਲੜੀਆਂ, ਮਿਲ ਕੇ ਕरें ਕਹਾਣੀਆਂ ਸਮਰੱਥ ਕੰਤ ਕੀਆਂ। ਗੁਰੂ ਪਿਆਰ ਵਾਲਿਓ, ਮੁਆਫ ਕਰਨਾ, ਇਹ ਸਤਿਗੁਰੂ ਪੂਰਨੇ ਪਾ ਰਹੇ ਨੇ। ਸਾਨੂੰ ਸਤ ਸੰਗੀਆਂ ਨੂੰ ਵੀ ਭੈਣਾ ਕਰਕੇ ਆਵਾਜ਼ ਦਿੰਦੇ, ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕरें ਕਹਾਣੀਆਂ ਸਮਰੱਥ ਕੰਤ ਕੀਆਂ। ਅੱਜ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੀਆਂ ਸਤਿਕਾਰਯੋਗ ਬੀਬੀਆਂ, ਮਾਤਾਵਾਂ, ਭੈਣਾਂ, ਬੱਚੀਆਂ ਕਿੱਟੀ ਪਾਰਟੀ ਦੇ ਨਾਲ ਤਾਂ ਬਹੁਤ ਨੇੜੇ ਦਾ ਸੰਬੰਧ ਰੱਖਦੀਆਂ ਨੇ,
ਪਰ ਇੱਕ ਦੂਜੇ ਨੂੰ ਆਵਾਜ਼ ਮਾਰ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਨ ਲਈ ਸਤ ਸੰਗਤ ਬਹੁਤ ਘੱਟ ਸਿਰਜਦੀਆਂ ਨੇ। ਅੱਜ ਉਹਨਾਂ ਨੂੰ ਡੇਰਿਆਂ ਦੇ ਵਿੱਚ ਜਾਣ ਦੀ ਹੋੜ ਤਾਂ ਹੈ, ਪਰ ਗੁਰਦੁਆਰਾ ਸਾਹਿਬ ਵਿੱਚ ਜੁੜ ਕੇ ਗੁਰੂ ਕੀ ਬਾਣੀ ਦੀ ਵਿਚਾਰ ਕਰਨ ਦੀ ਹੋੜ ਬਹੁਤ ਘੱਟ ਹੈ। ਧੰਨਤਾ ਦੇ ਯੋਗ ਨੇ ਉਹ ਜੀਵਨ ਜਿਹੜੇ ਗੁਰੂ ਕੀ ਬਾਣੀ ਨਾਲ ਜੁੜਦੇ ਨੇ, ਪਰ ਅਸੀਂ ਤਾਂ ਮਨ ਮੱਤਾਂ ਦੇ ਰਾਹ ਪੈ ਗਏ। ਮੈਨੂੰ ਇਹ ਗੱਲ ਕਹਿਣ ਵਿੱਚ ਝਿਜਕ ਕੋਈ ਨਹੀਂ ਕਿ ਡੇਰਿਆਂ ਨੂੰ ਜਿੰਨਾ ਔਰਤਾਂ ਨੇ ਪਾਲਿਆ ਉਹਨਾਂ ਮਰਦਾਂ ਨੇ ਨਹੀਂ ਪਾਲਿਆ। ਜਿੰਨੀਆਂ ਭੀੜਾਂ, ਜਿੰਨੀ ਪੂਜਾ, ਜਿੰਨਾ ਅੰਧ ਵਿਸ਼ਵਾਸ ਸਾਡੇ ਸਮਾਜ ਵਿੱਚ ਡੇਰਿਆਂ ਨੇ ਫੈਲਾਇਆ, ਮੁਆਫ ਕਰਨਾ ਉਸ ਵਿੱਚ ਸਭ ਤੋਂ ਵਧੇਰੇ ਯੋਗਦਾਨ ਬੀਬੀਆਂ ਨੇ ਪਾਇਆ, ਔਰਤਾਂ ਨੇ ਪਾਇਆ। ਉਥੇ 1000 ਦੇ ਪਿੱਛੇ ਤੁਹਾਨੂੰ 700 ਔਰਤਾਂ ਮਿਲਣਗੀਆਂ, 300 ਮਰਦ ਮਿਲਣਗੇ। ਤੁਸੀਂ ਸਰਵਾ ਕਰਕੇ ਵੇਖ ਸਕਦੇ ਹੋ। ਕਿਉਂ? ਇਹਨਾਂ ਚੀਜ਼ਾਂ ਨੂੰ ਪਾਲਿਆ ਕਿੰਨੇ ਹੈ? ਇਹਨਾਂ ਚੀਜ਼ਾਂ ਨੂੰ ਪੈਦਾ ਕਿੰਨੇ ਕੀਤਾ? ਕਿਸੇ ਵੀ ਜਗ੍ਹਾ ਤੇ ਤੁਸੀਂ ਮਨਮਤ ਦੇ ਅੱਡੇ ਵੇਖ ਲਓ, ਉਹ ਤੇ ਸਭ ਤੋਂ ਵੱਧ ਭਰਮਾਰ ਬੀਬੀਆਂ ਦੀ ਹੈ। ਗੁਰੂ ਪਿਆਰ ਵਾਲਿਓ, ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਤਾਂ ਔਰਤ ਨੂੰ ਇਤਨਾ ਮਾਣ ਦਿੱਤਾ ਹੈ, ਔਰ ਇਹ ਮਾਣ ਇਸ ਕਰਕੇ ਦਿੱਤਾ ਹੈ ਕਿਉਂਕਿ ਇੱਕ ਤਾਂ ਸਦੀਆਂ ਤੋਂ ਔਰਤ ਲਤਾੜੀ ਗਈ। ਸਤਿਗੁਰੂ ਨਹੀਂ ਸਨ ਚਾਹੁੰਦੇ ਕਿ ਰੱਬ ਦੀ ਪੈਦਾ ਕੀਤੀ ਹੋਈ ਇਸ ਔਰਤ ਨੂੰ ਦਰਕਿਨਾਰ ਕੀਤਾ ਜਾਏ, ਦੁਰਕਾਰਿਆ ਜਾਏ। ਇਸ ਨੂੰ ਵੀ ਇਹਦਾ ਮਾਣ ਮਿਲਣਾ ਚਾਹੀਦਾ। ਤੇ ਦੂਜਾ, ਮੇਰੇ ਸਤਿਗੁਰੂ ਨੇ ਮਾਣ ਦਿੱਤਾ ਕਿ ਇਹ ਔਰਤ ਅਗਰ ਚਾਹੇ ਤਾਂ ਸਮਾਜ ਦੀ ਸੂਰਤ ਬਦਲ ਸਕਦੀ ਹੈ। ਇਹ ਔਰਤ ਅਗਰ ਚਾਹੇ ਤਾਂ ਘਰ ਸਮਾਜ ਦੀਆਂ ਖੋਖਲੀਆਂ ਰਸਮਾਂ ਨੂੰ ਦੂਰ ਕਰ ਸਕਦੀ ਹੈ। ਇਹ ਅਗਰ ਚਾਹੇ ਇਨਕਲਾਬ ਨੂੰ ਜਨਮ ਦੇ ਸਕਦੀ ਹੈ। ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਕਦੇ ਇਸ ਧਰਤੀ ਤੇ ਨਾ ਨਾਮ ਨਾ ਖੱਟਦੇ ਜੇ ਉਹਨਾਂ ਦੇ ਪਿੱਛੇ ਇੱਕ ਔਰਤ, ਉਹਨਾਂ ਦੀ ਸੱਸ ਰਾਣੀ ਸਦਾ ਕੌਰ ਨਾ ਖੜੀ ਹੁੰਦੀ। ਰਣਜੀਤ ਸਿੰਘ ਤਾਂ ਦੂਜੇ ਨੰਬਰ ਤੇ ਹੈ, ਰਾਣੀ ਸਦਾ ਕੌਰ ਹੈ ਜਿਸ ਨੇ ਰਣਜੀਤ ਸਿੰਘ ਨੂੰ ਜਿੱਤਾਂ ਦਰ ਜਿੱਤਾਂ ਦਿਵਾਈਆਂ ਨੇ। ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ। ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਜਿਸ ਵੇਲੇ ਪ੍ਰਚਾਰ ਫੇਰੀਆਂ ਤੇ ਗਏ, ਬਜ਼ੁਰਗ ਮਾਂ ਪਿਓ ਬੱਚੇ ਘਰ ਪਰਿਵਾਰ ਸੰਭਾਲਣ ਦੀ ਜ਼ਿੰਮੇਵਾਰੀ ਧੰਨ ਮਾਤਾ ਸੁਲੱਖਣੀ ਨੇ ਨਿਭਾਈ ਹੈ। ਗੁਰੂ ਪਿਆਰ ਵਾਲਿਓ, ਐਸੀਆਂ ਸਾਨੂੰ ਇਤਿਹਾਸ ਵਿੱਚੋਂ ਮਿਸਾਲਾਂ ਮਿਲ ਜਾਣਗੀਆਂ। ਗੁਰਦੇਵ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਆਪਣੇ ਆਪ ਨੂੰ ਗੁਰੂ ਸਾਹਿਬਾਨ ਨੇ ਇਸਤਰੀ ਦੇ ਰੂਪ ਵਿੱਚ ਕਰਤੇ ਦੇ ਦਰ ਪੇਸ਼ ਕਰਦੇ ਨੇ, ਔਰ ਇਹ ਮੇਰੇ ਸਤਿਗੁਰਾਂ ਦਾ ਵੱਡਪਣ ਹੈ, ਬਖਸ਼ਿਸ਼ ਹੈ। ਮੈਂ ਜ਼ਿਕਰ ਕਰ ਰਿਹਾ ਸਾਂ, ਜਿਸ ਘਰ ਦੀ ਔਰਤ ਗੁਰਮਤ ਨਾਲ ਜੁੜੀ ਹੋਵੇਗੀ, ਜਿਸ ਘਰ ਵਿੱਚ ਰਹਿਣ ਵਾਲੀ ਕੋਈ ਬੀਬੀ, ਕੋਈ ਮਾਂ, ਬਜ਼ੁਰਗ, ਕੋਈ ਭੈਣ, ਕੋਈ ਬੱਚੀ ਗੁਰਮਤ ਨਾਲ ਜੁੜੀ ਹੋਈ ਹੈ, ਉਸ ਘਰ ਨੂੰ ਗੁਰਮਤ ਦਾ ਮਾਹੌਲ ਮਿਲਣਾ ਕਿੰਨਾ ਸੌਖਾ ਹੋ ਜਾਂਦਾ ਹੈ। ਧੰਨ ਸਤਿਗੁਰੂ ਜੀ ਐਸੀ ਬਖਸ਼ਿਸ਼ ਬਾਣੀ ਦੇ ਰਾਹੀਂ ਸਾਨੂੰ ਅੱਜ ਕਰ ਰਹੇ। ਅਸੀਸ ਗੁਰਮਤ ਵਾਲੀ ਉਹੀ ਮਾਂ ਦੇ ਸਕਦੀ ਹੈ ਨਾ ਜਿਹੜੀ ਆਪ ਗੁਰਮਤ ਨਾਲ ਜੁੜੀ ਹੋਈ ਹੈ, ਤੇ ਜਿਹੜੀ ਬੀਬੀ ਆਪ ਵਰਤ ਰੱਖ ਰਹੀ ਹੈ ਘਰਾਂ ਦੇ ਵਿੱਚ, ਜਿਹੜੀ ਆਪ ਇਕਾਦਸ਼ੀਆਂ ਦੁਆਦਸ਼ੀਆਂ ਮਨਾ ਰਹੀ ਹੈ, ਜਿਹੜੀ ਆਪ ਦੇਵੀ ਦੇਵਤਿਆਂ ਦੀ ਪੂਜਾ 'ਚ ਲੱਗੀ ਹੋਈ ਹੈ, ਜਿਹੜੀ ਆਪ ਮਨ ਮੱਤਾਂ ਕਰਦੀ ਹੈ, ਜਿਹੜੀ ਆਪ ਸਤ ਸੰਗਤ ਗੁਰਦੁਆਰੇ ਗੁਰਬਾਣੀ ਨਾਲ ਜੁੜਨ ਦੀ ਬਜਾਏ ਹੋਰ ਥਾਵਾਂ ਤੇ ਭਟਕ ਰਹੀ ਹੈ। ਮੁਆਫ ਕਰ ਦੇਣਾ ਗੁਰੂ ਪਿਆਰ ਵਾਲਿਓ, ਉਸ ਪਰਿਵਾਰ ਵਿੱਚ ਗੁਰਮਤ ਦਾ ਮਾਹੌਲ ਪੈਦਾ ਕਰਨਾ ਅਲੂਣੀ ਸਿੱਲ ਚੱਟਣ ਵਾਂਗ ਹੈ। ਬੜਾ ਕਠਿਨ ਹੈ, ਬੜਾ ਔਖਾ ਹੈ। ਗੁਰਦੇਵ ਜੀ ਨੇ ਸ਼ਾਇਦ ਇਹੀ ਸੋਚਿਆ ਕਿ ਜੇ ਔਰਤ ਧਰਮੀ ਬਣ ਜਾਏ, ਗੁਰਮਤ ਨਾਲ ਜੁੜ ਜਾਏ, ਗੁਰਮਤ ਦੀ ਸੋਝੀ ਵਾਲੀ ਬਣ ਜਾਏ, ਤਾਂ ਇੱਕ ਔਰਤ ਹੀ ਹੈ ਜੋ ਬੱਚਿਆਂ ਦੀ ਪਰਵਰਿਸ਼ ਕਰਦੀ ਹੈ, ਉਹ ਆਰੰਭ ਤੋਂ ਮਾਹੌਲ ਗੁਰਮਤ ਵਾਲਾ ਦੇ ਸਕਦੀ ਹੈ। ਪਰ ਗੁਰੂ ਪਿਆਰ ਵਾਲਿਓ, ਘਰ ਵਿੱਚ ਬੱਚੇ ਦਾ, ਬੱਚੀ ਦਾ ਜਨਮ ਹੋਵੇ, ਸ਼ੁਕਰਾਨੇ ਦੇ ਸਮਾਗਮ ਹੁੰਦੇ ਨੇ, ਕੀਰਤਨ ਹੁੰਦਾ ਹੈ, ਪਾਠ ਹੁੰਦਾ ਹੈ, ਲੰਗਰ ਲੱਗਦਾ ਹੈ, ਅਸੀਂ ਆਲੇ ਦੁਆਲੇ ਆਪਣੇ ਸਨੇਹੀਆਂ ਨੂੰ, ਸੰਗਤ ਨੂੰ ਸੱਦਦੇ ਹਾਂ, ਅਰਦਾਸ ਹੁੰਦੀ ਹੈ। ਅਸੀਂ ਜ਼ਬਾਨੀ ਕਲਾਮੀ ਤਾਂ ਸ਼ੁਕਰਾਨਾ ਕਰਦੇ ਹਾਂ, ਪਰ ਕਿੰਨੀ ਹੈਰਾਨੀ ਦੀ ਗੱਲ ਹੈ, ਉਸ ਬੱਚੇ ਦਾ ਜ਼ੁਬਾਨੀ ਸ਼ੁਕਰਾਨਾ ਤਾਂ ਕਰ ਦਿੱਤਾ ਹੈ, ਪਰ ਸਾਰੀ ਜ਼ਿੰਦਗੀ ਉਹਨੂੰ ਨਾ ਮਾਂ ਨੇ ਦੱਸਿਆ, ਨਾ ਬਾਪ ਨੇ ਦੱਸਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੌਣ ਹਨ। ਕਦੇ ਦੱਸਿਆ ਗੁਰੂ ਨਾਨਕ ਸਾਹਿਬ ਜੀ ਕੌਣ ਹਨ, ਗੁਰੂ ਨਾਨਕ ਦੀ ਸਿੱਖਿਆ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਦਾ ਕੀ ਉਪਦੇਸ਼ ਹੈ, ਸਾਡਾ ਸਿੱਖ ਇਤਿਹਾਸ, ਸਾਡਾ ਸਿੱਖ ਵਿਰਸਾ ਕੀ ਹੈ। ਨਾ, ਅਸੀਂ ਅਰਦਾਸ ਕੀਤੀ, ਲੰਗਰ ਲਾਇਆ ਤੇ ਸਮਝਿਆ ਸ਼ੁਕਰਾਨਾ ਹੋ ਗਿਆ, ਫਾਰਮੈਲਿਟੀ ਕਰ ਲਈ ਨਾ। ਅਸੀਂ ਸੋਚਿਆ ਰੱਬ ਨੇ ਸਾਨੂੰ ਦਾਤ ਦਿੱਤੀ ਹੈ, ਅਸੀਂ ਰੱਬ ਦਾ ਸ਼ੁਕਰ ਕਰ ਦਿੱਤਾ ਹੈ, ਬਸ ਇੱਕ ਲੈਣ ਦੇਣ ਸੀ, ਵਪਾਰ ਸੀ, ਪੂਰਾ ਹੋ ਗਿਆ।
ਮਾਫ ਕਰਨਾ ਇਹ ਸ਼ੁਕਰਾਨਾ ਨਹੀਂ, ਦੰਭ ਹੈ। ਇਹ ਸ਼ੁਕਰਾਨਾ ਨਹੀਂ, ਸ਼ੁਕਰਾਨੇ ਦੇ ਨਾਮ ਦੇ ਉੱਤੇ ਕੀਤੀ ਹੋਈ ਫਰਜ਼ ਪੂਰਤੀ ਹੈ। ਅਸਲ ਸ਼ੁਕਰਾਨਾ ਕੀ ਹੈ? ਉਸ ਬੱਚੇ ਨੂੰ ਜੇ ਅਸੀਂ ਵਾਹਿਗੁਰੂ ਦੀ ਦਾਤ ਸਮਝਦੇ ਹਾਂ ਤੇ ਉਸ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੋਈ ਇੱਕ ਅੱਧ ਉਪਦੇਸ਼ ਵੀ ਤਾਂ ਦਸੀਏ, ਉਸ ਨੂੰ ਗੁਰੂ ਨਾਨਕ ਸਾਹਿਬ ਬਾਰੇ ਦਸੀਏ, ਉਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਰੇ ਦਸੀਏ, ਉਹਨਾਂ ਨੂੰ ਗੁਰੂ ਸਾਹਿਬਾਨ ਦੇ ਪਾਏ ਹੋਏ ਪੂਰਨਿਆਂ ਦੀ ਸੋਝੀ ਦਈਏ, ਉਹਨਾਂ ਨੂੰ ਸਰਹੰਦ ਦੀਆਂ ਦੀਵਾਰਾਂ ਤੇ ਚਮਕੌਰ ਦੇ ਮੈਦਾਨ ਦੀ ਵੀਰ ਗਾਥਾ ਸੁਣਾਈਏ, ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖਿਆ ਬਾਰੇ ਕੁਝ ਹਰਕਤਾਂ ਦਸੀਏ। ਪਰ ਮੁਆਫ ਕਰਨਾ ਦੱਸਣਗੇ ਤਾਂ ਉਹ ਨਾ ਜਿਨ੍ਹਾਂ ਨੂੰ ਆਪ ਪਤਾ ਹੋਏਗਾ, ਉਹ ਦੱਸਣਗੇ ਨਾ। ਜਿਨ੍ਹਾਂ ਨੂੰ ਆਪ ਨੂੰ ਗੁਰਮਤ ਗੁਰਬਾਣੀ ਦੀ ਇਤਿਹਾਸ ਦੀ ਕਿਸੇ ਸਾਖੀ ਦਾ ਖਿਆਲ ਲਈ, ਉਹ ਕਿਵੇਂ ਕਿਸੇ ਨੂੰ ਦੱਸ ਸਕਦੇ ਨੇ ਕਿ ਗੁਰਬਾਣੀ ਦਾ ਇਹ ਉਪਦੇਸ਼ ਹੈ, ਸਾਡਾ ਵਿਰਸਾ ਇਹ ਹੈ, ਸਾਡਾ ਇਤਿਹਾਸ ਇਹ ਹੈ। ਅੱਜ ਬੱਚਿਆਂ ਦੇ ਪਤਿਤ ਹੋਣ ਤੇ ਨਸ਼ਿਆਂ ਦੇ ਵਿੱਚ ਲੱਗ ਜਾਣ ਪਿੱਛੇ ਮੁਆਫ ਕਰਨਾ 98% ਹਿੱਸਾ ਉਹਨਾਂ ਦੇ ਆਪਣੇ ਮਾਂ ਬਾਪ ਦਾ ਹੈ। 98%। ਇਹ 98% ਬੱਚੇ ਪਤਿਤ ਹੋਏ ਮਾਂ ਬਾਪ ਦੀ ਵਜ੍ਹਾ ਕਰਕੇ। 98% ਜਿਹੜੇ ਨਸ਼ੇ ਕਰਨ ਵਾਲੇ ਬੱਚੇ ਨੇ, ਉਹਨਾਂ ਚੋਂ 98% ਉਹਨਾਂ ਨੂੰ ਨਸ਼ੇੜੀ ਬਣਾਉਣ ਵਿੱਚ ਉਹਨਾਂ ਦੇ ਬਾਪ ਦੋਸ਼ੀ ਨੇ, ਉਹਨਾਂ ਦੀ ਮਾਂ ਦੋਸ਼ੀ ਹੈ। ਗੁਰੂ ਪਿਆਰ ਵਾਲਿਓ, ਇਸ ਗੱਲ ਨੂੰ ਅਸੀਂ ਭਾਵੇਂ ਦੂਜਿਆਂ ਦੇ ਉੱਤੇ ਜਿੰਨਾ ਮਰਜ਼ੀ ਸੁੱਟੀਏ, ਪਰ ਸਾਨੂੰ ਆਪਣਾ ਘਰ ਆਪ ਹੀ ਬਚਾਉਣ ਲਈ ਉਦਮ ਤੇ ਉਪਰਾਲਾ ਕਰਨਾ ਪਵੇਗਾ। ਹਾਂ, ਜਿੰਨਾ ਅੱਗੇ ਤੁਸੀਂ ਤਰਲੇ ਲੈਂਦੇ ਹੋ ਨਾ, ਮੁਆਫ ਕਰ ਦੇਣਾ। ਇਹ ਤਰਲੇ ਤੁਸੀਂ ਸਦੀਆਂ ਭਰ ਲੈਂਦੇ ਰਹੋ, ਕੁਝ ਨਹੀਂ ਜੇ ਬਣਨਾ। ਤਰਲਿਆਂ ਨਾਲ ਕਦੇ ਹੱਕ ਨਹੀਂ ਮਿਲਿਆ ਕਰਦੇ, ਤਰਲਿਆਂ ਨਾਲ ਕਦੇ ਝੋਲੀਆਂ ਨਹੀਂ ਭਰਿਆ ਕਰਦੀਆਂ। ਤਰਲਾ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਲਵੋ। ਜਦੋਂ ਪੁੱਤਰ ਨਸ਼ੇੜੀ ਹੋ ਜਾਂਦਾ ਹੈ, ਜਦੋਂ ਪੁੱਤਰ ਕੁਸੰਗਤ ਵਿੱਚ ਫਸ ਜਾਂਦਾ ਹੈ, ਜਦੋਂ ਧੀ ਦਾ ਰਸਤਾ ਧਰਮ ਨਾਲੋਂ ਟੁੱਟ ਕੇ ਉਹ ਅਧਰਮ ਵਾਲੇ ਪਾਸੇ ਦਾ ਬਣ ਜਾਂਦਾ ਹੈ, ਉਸ ਵੇਲੇ ਅਸੀਂ ਗਿੜ ਗਿੜਾਉਂਦੇ ਹਾਂ, ਅਰਦਾਸ ਕਰਦੇ ਹਾਂ। ਪਰ ਕਿੰਨਾ ਚੰਗਾ ਹੋਵੇ ਜੇ ਅਸੀਂ ਥੋੜਾ ਜਿਹਾ ਸਮਾਂ ਸੰਭਾਲ ਕੇ ਥੋੜਾ ਚਿਰ ਪਹਿਲਾਂ ਅਰਦਾਸ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਆ ਕੇ ਉਹਨਾਂ ਨੂੰ ਦਸੀਏ, ਇਹ ਤੁਹਾਡਾ ਇਸ਼ਟ ਹੈ, ਇਹ ਤੁਹਾਡਾ ਮਾਲਕ ਹੈ। ਇਸ ਸ਼ਬਦ ਨੇ ਬੜਾ ਵੱਡਾ ਇਨਕਲਾਬ ਪੈਦਾ ਕੀਤਾ ਹੈ। ਇਸ ਬਾਣੀ ਨੇ ਪਰਉਪਕਾਰੀ, ਸੇਵਾਦਾਰ, ਯੋਧੇ, ਸਿਪਾਹੀ, ਜਰਨੈਲ ਔਰ ਬੜੇ ਬੜੇ ਵੱਡੇ ਇਨਕਲਾਬੀ ਪੁਰਖ ਪੈਦਾ ਕੀਤੇ ਨੇ। ਉਹਨਾਂ ਨੂੰ ਦਸੀਏ। ਇਸ ਬਾਣੀ ਨੇ ਭਗਤ ਪੂਰਨ ਸਿੰਘ ਮਹਾਨ ਸੇਵਾਦਾਰ ਪੈਦਾ ਕੀਤਾ ਹੈ। ਇਹ ਗੱਲ ਭਗਤ ਪੂਰਨ ਸਿੰਘ ਆਪ ਆਪਣੀ ਲੇਖਣੀ 'ਚ ਲਿਖਦੇ ਨੇ। ਉਹਨਾਂ ਨੂੰ ਦਸੀਏ। ਇਸ ਬਾਣੀ ਨੇ ਭਾਈ ਲਹਿਣੇ ਨੂੰ ਅੰਗਦ ਬਣਾਇਆ। ਉਹਨਾਂ ਨੂੰ ਸਮਝਾਈਏ ਇਸ ਬਾਣੀ ਦੇ ਅਸਰ ਨੇ ਇਸ ਧਰਤੀ ਦੇ ਉੱਤੇ ਸਿੱਖੀ ਧਰਮ ਦਾ ਇਨਕਲਾਬ ਦਾ ਬੂਟਾ ਲਾਇਆ, ਪੈਦਾ ਕੀਤਾ, ਪ੍ਰਫੁੱਲਤ ਕੀਤਾ। ਉਹਨਾਂ ਨੂੰ ਆਪਣੀ ਤਾਰੀਖ ਤੋਂ ਜਾਣੂ ਤਾਂ ਕਰਵਾਈਏ। ਪਰ ਨਹੀਂ, ਅਸੀਂ ਅਰਦਾਸ ਉਦੋਂ ਕਰਦੇ ਹਾਂ ਜਦੋਂ ਪਾਣੀ ਦਾ ਵਹਿਣ ਬਹੁਤ ਅੱਗੇ ਨਿਕਲ ਜਾਂਦਾ ਹੈ, ਜਦੋਂ ਸਾਡੇ ਲਈ ਸਭ ਰਸਤੇ ਬੰਦ ਹੋ ਜਾਂਦੇ ਨੇ। ਪਹਿਲਾਂ ਅਸੀਂ ਦੁਨੀਆ ਤੇ ਭਰੋਸਾ ਕਰਦੇ ਹਾਂ, ਪਰ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਆਸਰੇ ਪਰਨੇ ਸਭ ਮੁੱਕ ਗਏ ਨੇ, ਅਸੀਂ ਉਦੋਂ ਗਿੜਗਿੜਾਉਂਦੇ ਹਾਂ, ਉਦੋਂ ਤਰਲੇ ਲੈਂਦੇ ਹਾਂ, ਉਦੋਂ ਅਰਦਾਸ ਕਰਦੇ ਹਾਂ ਕਿ ਸਾਡਾ ਘਰ ਸਵਰ ਜਾਏ। ਪਰ ਕਿੰਨਾ ਚੰਗਾ ਹੋਵੇ ਜੇ ਤਰਲਾ ਅਸੀਂ ਪਹਿਲਾਂ ਗੁਰੂ ਕੋਲ ਆ ਕੇ ਲਈਏ। ਇਹ ਬੇਨਤੀ ਅਸੀਂ ਗੁਰੂ ਕੋਲ ਪਹਿਲਾਂ ਆ ਕੇ ਕਰੀਏ। ਗੁਰੂ ਕੋਲੋਂ ਤਹਿ ਦਿਲੋਂ, ਕੇਵਲ ਉਤਲੇ ਮਨੋਂ ਹੀ ਨਹੀਂ, ਤਹਿ ਦਿਲੋਂ ਸਿੱਖੀ ਦਾਨ ਮੰਗੀਏ, ਤਹਿ ਦਿਲੋਂ ਗੁਰਮਤ ਦਾਨ ਮੰਗੀਏ, ਕੇਸ ਦਾਨ ਮੰਗੀਏ, ਸਰੂਪ ਮੰਗੀਏ, ਸਿਧਾਂਤ ਮੰਗੀਏ। ਕਿੰਨਾ ਚੰਗਾ ਹੋਵੇ ਜੇ ਸਾਡੀ ਮੰਗ ਗੁਰੂ ਕੋਲ ਆ ਕੇ ਪਹਿਲੀ ਮੁੱਖ ਮੰਗ ਗੁਰੂ ਦੇ ਕੋਲੋਂ ਗੁਰਮਤ ਦਾ ਦਾਨ ਮੰਗਣਾ ਬਣ ਜਾਏ। ਤਾਂ ਆਪ ਖਿਆਲ ਕਰੋ ਕਿ ਸਾਨੂੰ ਸੰਸਾਰ ਦੀ ਭਟਕਣਾ ਤੋਂ ਕਿਵੇਂ ਮੁਕਤੀ ਮਿਲ ਜਾਏਗੀ, ਸਾਡੀਆਂ ਉਲਝਣਾਂ ਕਿਵੇਂ ਖਤਮ ਹੋ ਜਾਂਦੀਆਂ ਨੇ ਜੇ ਅਸੀਂ ਗੁਰੂ ਕੋਲ ਆ ਕੇ ਇਹ ਦਾਤ, ਇਹ ਦਾਨ ਮੰਗਦੇ ਹਾਂ। ਮੁਆਫ ਕਰਨਾ ਗੁਰੂ ਪਿਆਰ ਵਾਲਿਓ, ਜਿਸ ਘਰ ਦੇ ਵਿੱਚ ਜੋ ਵੀ ਬੀਬੀ ਹੈ, ਅਗਰ ਉਸ ਦਾ ਮੁੱਖ ਗੁਰੂ ਵੱਲ ਹੈ ਨਾ, ਤਾਂ ਸਮਝੋ ਕਿ ਘਰ ਜਿਹੜਾ ਹੈ ਉਸ ਦੇ ਦਰਵਾਜ਼ੇ ਗੁਰੂ ਵੱਲ ਨੇ। ਜੇ ਉਸ ਘਰ ਦੀ ਔਰਤ ਡੇਰੇ ਨਾਲ ਸੰਬੰਧਿਤ ਹੋ ਗਈ ਹੈ ਤਾਂ ਘਰ ਦਾ ਮੂੰਹ ਡੇਰੇ ਵੱਲ ਹੋ ਜਾਣਾ। ਇਹ ਹੁਣ ਉਸ ਦੀ ਆਪਣੀ ਮਰਜ਼ੀ ਹੈ ਕਿ ਉਸਨੇ ਆਪਣੇ ਘਰ ਨੂੰ ਕਿਹੋ ਜਿਹਾ ਬਣਾਉਣਾ ਹੈ। ਪਰ ਸਾਡਾ ਇਤਿਹਾਸ ਬੜਾ ਲਾਸਾਨੀ ਹੈ। ਇੱਥੇ ਮਾਂ ਤ੍ਰਿਪਤਾ ਤੋਂ ਲੈ ਕੇ ਕਿਧਰੇ ਮਾਤਾ ਸੁਲੱਖਣੀ ਜੀ, ਕਿਧਰੇ ਮਾਤਾ ਖੀਵੀ ਜੀ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਇਆ, ਆਖਿਆ ਨੇਕ ਜਨ, ਉਹ ਬੜੀ ਨੇਕ ਦਿਲ ਔਰਤ ਹੈ ਮਾਤਾ ਖੀਵੀ। ਕਿਧਰੇ ਬੀਬੀ ਅਮਰੋ ਜੀ ਦਾ ਜ਼ਿਕਰ ਹੈ, ਕਿਧਰੇ ਬੀਬੀ ਭਾਨੀ ਜੀ ਦਾ ਜ਼ਿਕਰ ਹੈ, ਕਿਧਰੇ ਮਾਤਾ ਗੰਗਾ ਜੀ ਦਾ ਜ਼ਿਕਰ ਹੈ, ਕਿਧਰੇ ਮਾਤਾ ਨਾਨਕੀ ਦਾ ਜ਼ਿਕਰ ਹੈ, ਕਿਧਰੇ ਬੇਬੇ ਨਾਨਕੀ ਦਾ ਜ਼ਿਕਰ ਹੈ। ਤਾਰੀਖ ਬੜੀ ਅਮੀਰ ਹੈ ਸਾਡੀ।
ਪਰ ਅਸੀਂ ਬੜੇ ਅਵੇਸਲੇ, ਜਿੰਨਾ ਸਾਡਾ ਇਤਿਹਾਸ, ਜਿੰਨਾ ਸਾਡਾ ਵਿਰਸਾ ਅਮੀਰ ਹੈ ਨਾ ਮੁਆਫ ਕਰ ਦੇਣਾ, ਅੱਜ ਅਸੀਂ ਉਨੇ ਹੀ ਕੰਗਾਲ ਹਾਂ। ਕਿਉਂ? ਕਿਉਂਕਿ ਸਾਨੂੰ ਬਾਬਿਆਂ ਦੀਆਂ ਤਥਾ ਕਥਿਤ ਝੂਠੀਆਂ ਮਨ ਘੜਤ ਗੱਲਾਂ ਤੇ ਕਹਾਣੀਆਂ ਮਿੱਠੀਆਂ ਲੱਗਦੀਆਂ ਨੇ। ਆਪਣੇ ਇਤਿਹਾਸ ਦੀ ਗੱਲ ਸਾਨੂੰ ਬੜੀ ਕੌੜੀ ਲੱਗਦੀ ਹੈ। ਸਾਨੂੰ ਬਾਹਰ ਦੇ ਅਡੰਬਰ ਤੇ ਪਖੰਡ ਬੜੇ ਮਿੱਠੇ ਲੱਗਦੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਬੜੀ ਕੌੜੀ ਤੇ ਕਸੈਲੀ ਲੱਗਦੀ। ਕਿਉਂ? ਗੁਰਬਾਣੀ ਕੌੜੀ ਨਹੀਂ, ਸਾਡਾ ਵਿਰਸਾ ਕੌੜਾ ਨਹੀਂ, ਸਾਡੇ ਮੂੰਹ ਦਾ ਸਵਾਦ ਬਦਲ ਗਿਆ। ਬਿਮਾਰ ਹੋਵੇ ਨਾ ਮਨੁੱਖ, ਬੁਖਾਰ ਹੋਵੇ, ਉਸ ਨੂੰ ਮਿੱਠਾ ਦੁੱਧ ਪੀਣ ਵਾਸਤੇ ਦਿਓ ਤੇ ਉਹ ਆਖਦਾ ਇਹ ਤਾਂ ਕੌੜਾ ਹੈ, ਪਰ ਜਿਹੜਾ ਪਿਆਉਣ ਵਾਲਾ ਉਹ ਕਹਿੰਦਾ ਨਹੀਂ ਮੈਂ ਤਾਂ ਇਸ ਵਿੱਚ ਖੰਡ ਪਾਈ ਹੈ ਤਾਂ ਮਿੱਠਾ ਹੈ। ਉਹ ਪੀਣ ਵਾਲਾ ਕਹਿੰਦਾ ਨਹੀਂ ਕੌੜਾ। ਦਰਅਸਲ ਉਸ ਦੇ ਮੂੰਹ ਦਾ ਆਪਣਾ ਸਵਾਦ ਬਿਮਾਰੀ ਦੇ ਕਾਰਨ, ਰੋਗ ਦੇ ਕਾਰਨ, ਬੁਖਾਰ ਦੇ ਕਾਰਨ ਬਦਲ ਗਿਆ ਹੁੰਦਾ, ਇਸ ਕਰਕੇ ਉਹਨੂੰ ਮਿੱਠਾ ਦੁੱਧ ਵੀ ਕੌੜਾ ਭਾਸਦਾ ਹੈ। ਗੁਰੂ ਪਿਆਰ ਵਾਲਿਓ, ਕਿਧਰੇ ਸਾਡੇ ਅੰਦਰ ਰੋਗ ਤਾਂ ਨਹੀਂ, ਕਿਧਰੇ ਅਸੀਂ ਰੋਗੀ ਤਾਂ ਨਹੀਂ। ਜੇ ਸਾਨੂੰ ਗੁਰਮਤਿ ਗੁਰਬਾਣੀ ਦੀ ਗੱਲ ਕੌੜੀ ਲੱਗਦੀ ਹੈ, ਆਪਣੇ ਵਿਰਸੇ ਦੀ ਗੱਲ ਚੰਗੀ ਨਹੀਂ ਲੱਗਦੀ, ਤੇ ਜ਼ਰੂਰ ਸਾਡੇ ਅੰਦਰ ਕਿਤੇ ਬੁਖਾਰ ਹੈ, ਬਿਮਾਰੀ ਹੈ, ਰੋਗ ਹੈ। ਇਸ ਨੂੰ ਠੀਕ ਕਰਨ ਦਾ ਯਤਨ ਕਰੀਏ। ਗੁਰਮਤਿ ਕੌੜੀ ਨਹੀਂ, ਸਾਡਾ ਵਿਰਸਾ ਕੌੜਾ ਤੇ ਕਸੈਲਾ ਨਹੀਂ, ਪਰ ਜਿਨ੍ਹਾਂ ਨੂੰ ਵੀ ਇਹ ਕੌੜਾ ਲੱਗਦਾ ਹੈ, ਭਾਵੇਂ ਉਹ ਸਿੱਖ ਧਰਮ ਨਾਲ ਸੰਬੰਧਿਤ ਨੇ, ਭਾਵੇਂ ਉਹ ਸਿੱਖ ਧਰਮ ਨਾਲ ਸੰਬੰਧਿਤ ਨਹੀਂ, ਇਹਦਾ ਮਤਲਬ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਮਾਨਸਿਕ ਆਤਮਿਕ ਰੋਗੀ ਨੇ। ਉਹਨਾਂ ਨੂੰ ਕਿਤੇ ਨਾ ਕਿਤੇ ਮਨ ਮੱਤਾਂ ਦੀ ਐਸੀ ਪਾਹ ਚੜੀ ਹੈ ਕਿ ਗੁਰਮਤਿ ਸੁਣਦਿਆਂ ਸਾਰ ਆਏ ਮਨ ਰੋਹ ਹੈ, ਉਹਨਾਂ ਦੇ ਮਨ ਅੰਦਰ ਰੋਹ ਖੜਾ ਹੋ ਜਾਂਦਾ ਹੈ, ਉੱਠ ਕੇ ਭੱਜ ਜਾਣ ਨੂੰ ਜੀ ਕਰਦਾ ਹੈ, ਗੁਰਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ, ਆਪਣੇ ਵਿਰਸੇ ਦੀ ਗੱਲ ਸੁਣਨ ਤੇ ਪੜ੍ਹਨ ਵਾਸਤੇ ਚਿੱਤ ਨਹੀਂ ਕਰਦਾ। ਇਹ ਅਵਸਥਾ ਕਿਉਂ? ਕਿਉਂਕਿ ਅਸੀਂ ਬਹੁਤਾ ਸਮਾਂ ਜਿਹੜਾ ਮਨ ਮੱਤਾਂ ਤੇ ਇੱਧਰ ਉੱਧਰ ਦੀਆਂ ਗੱਲਾਂ 'ਚ ਗੁਜ਼ਾਰਦੇ ਹਾਂ। ਇਸ ਕਰਕੇ ਸਾਨੂੰ ਆਦਤ ਜਿਹੀ ਬਣ ਗਈ ਹੈ, ਇਹੋ ਜਿਹੀ ਕੱਚੀ ਲੱਸੀ ਪੀਣ ਦੀ ਸਾਡੀ ਆਦਤ ਨਹੀਂ ਬਣੀ ਕਿ ਅਸੀਂ ਪਿਓਰ 100% ਖਾਲਸ ਤੇ ਬਿਲਕੁਲ ਸ਼ੁੱਧ ਗੁਰਮਤਿ ਨੂੰ ਧਾਰਨ ਕਰ ਸਕੀਏ। ਸੁਭਾਅ ਬਣ ਗਿਆ ਹੈ ਨਾ, ਨਕਲੀ ਚੀਜ਼ਾਂ ਖਾਣ ਦਾ ਸੁਭਾਅ ਬਣ ਜਾਏ ਨਾ, ਤੇ ਅਸਲੀ ਪਦਾਰਥ ਛੇਤੀ ਕੀਤਿਆਂ ਪਚਦਾ ਨਹੀਂ, ਅਸਲੀ ਕੀਤਿਆਂ ਪਚਦਾ ਨਹੀਂ। ਉਹ ਕਹਿੰਦੇ ਕੋਈ ਦੁੱਧ ਵੇਚਣ ਵਾਲਾ ਸੀ, ਇੱਕ ਉਦਾਹਰਣ ਦੇ ਰਿਹਾ, ਦੁੱਧ ਵੇਚਣ ਵਾਲਾ ਸੀ, ਰੋਜ਼ ਦੁੱਧ ਵੇਚਿਆ ਕਰਦਾ, ਦੁੱਧ ਦੇ ਕੇ ਘਰ ਦੇ ਵਿੱਚ ਜਾਂਦਾ। ਇੱਕ ਦਿਨ ਉਸਨੇ ਮੁਹੱਲੇ ਦੇ ਵਿੱਚ ਦੁੱਧ ਵੰਡਿਆ ਸਾਰਿਆਂ ਨੂੰ ਆਪਣੇ ਨੇਮ ਦੇ ਮੁਤਾਬਕ, ਡਿਊਟੀ ਦੇ ਮੁਤਾਬਕ, ਤੇ ਉਸ ਮੁਹੱਲੇ ਦੇ 90% ਲੋਕ ਬਿਮਾਰ ਹੋ ਗਏ। ਡਾਕਟਰ ਕੋਲ ਭੀੜ ਲੱਗ ਗਈ। ਅਚਾਨਕ ਗੱਲ ਇਹ ਨਿਕਲੀ ਬਈ ਦੁੱਧ 'ਚ ਖਰਾਬੀ ਹੈ। ਉਸ ਦੁੱਧ ਵੰਡਣ ਵਾਲੇ ਨੂੰ ਬੁਲਾਇਆ ਗਿਆ, ਆਖਿਆ ਬਈ ਕਮਾਲ ਦੀ ਗੱਲ, ਤੂੰ ਦੁੱਧ 'ਚ ਮਿਲਾਵਟ ਕੀਤੀ, ਤੇਰੇ ਦਿੱਤੇ ਹੋਏ ਦੁੱਧ ਨੂੰ ਪੀ ਕੇ 90 ਆਦਮੀ ਇਸ ਮੁਹੱਲੇ ਦੇ 100 ਚੋਂ ਬਿਮਾਰ ਹੋ ਗਏ, ਅਸੀਂ ਤੇਰੇ ਤੇ ਕਾਰਵਾਈ ਕਰਾਂਗੇ, ਅਸੀਂ ਤੈਨੂੰ ਅਦਾਲਤ ਵਿੱਚ ਘੜੀਸਾਂਗੇ, ਮਿਲਾਵਟ ਕਰਦਾ। ਉਸਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗਾ ਕਮਾਲ ਦੀ ਗੱਲ ਹੈ, ਅੱਜ ਤੱਕ ਮੈਂ ਤੁਹਾਨੂੰ ਦੁੱਧ ਵਿੱਚ ਇੱਕ ਹਿੱਸਾ ਦੁੱਧ ਹੁੰਦਾ ਸੀ, 3 ਹਿੱਸੇ ਪਾਣੀ ਹੁੰਦਾ ਸੀ, ਅੱਜ ਤੱਕ ਮੈਂ ਤੁਹਾਨੂੰ 3 ਹਿੱਸੇ ਦੁੱਧ ਵਿੱਚ ਪਾਣੀ ਪਾ ਕੇ ਪਿਆਇਆ, ਤੁਸਾਂ ਮੇਰੇ ਤੇ ਕੋਈ ਕਾਰਵਾਈ ਨਹੀਂ ਕੀਤੀ, ਤੁਸਾਂ ਮੈਨੂੰ ਬੁਰਾ ਭਲਾ ਨਹੀਂ ਆਖਿਆ, ਮੇਰਾ ਸਤਿਕਾਰ ਕੀਤਾ, ਤੇ ਅੱਜ ਪਹਿਲੇ ਦਿਨ ਹੀ ਮੇਰਾ ਮਨ ਕੀਤਾ ਵੀ ਮਨਾ ਇਹ ਬੇਈਮਾਨੀ ਛੱਡਣੀ ਚਾਹੀਦੀ ਹੈ। ਅੱਜ ਪਹਿਲੇ ਦਿਨ ਹੀ ਮੈਂ ਤੁਹਾਨੂੰ 100% ਖਾਲਸ ਦੁੱਧ ਪਿਆਇਆ, ਤੇ ਤੁਸੀਂ ਮੈਨੂੰ ਅਦਾਲਤ 'ਚ ਘੜੀਸਣ ਨੂੰ ਤਿਆਰ ਹੋ ਗਏ ਹੋ। ਕਿਉਂ? ਇੱਕ ਸਿਆਣੇ ਮਨੁੱਖ ਨੇ ਇਹੀ ਤੱਤ ਕੱਢ ਲਿਆ ਕਿ ਦਰਅਸਲ ਇਹਨਾਂ ਲੋਕਾਂ ਨੂੰ ਮਿਲਾਵਟ ਪੀਣ ਦੀ ਆਦਤ ਇੰਨੀ ਪੈ ਚੁੱਕੀ ਹੈ ਕਿ ਅੱਜ ਇਹਨਾਂ ਨੂੰ ਅਸਲ ਤੇ ਖਾਲਸ ਦੁੱਧ ਤੋਂ ਵੰਡ ਤਾਂ ਗਿਆ, ਪਰ ਇਹਨਾਂ ਨੂੰ ਇਹ ਪਚ ਨਹੀਂ ਰਿਹਾ। ਇਸ ਕਰਕੇ ਚੰਗਾ ਵੰਡਣ ਵਾਲੇ ਨੂੰ ਉਲਟਾ ਘੜੀਸਣ ਵਾਸਤੇ ਤਿਆਰ ਹੋਏ ਪਏ ਤੇ ਹਾਲਾਤ ਕੁਝ ਐਸੇ ਹੀ ਨੇ। ਕਦੇ ਖਿਆਲ ਕਰੋ, ਤਤੀਆਂ ਤਵੀਆਂ ਤੇ ਉਹੀ ਬੈਠੇ ਨੇ ਜਿਨ੍ਹਾਂ ਖਾਲਸ ਚੀਜ਼ ਸੰਸਾਰ ਦੇ ਵਿੱਚ ਦਿੱਤੀ ਹੈ, ਮਿਲਾਵਟ ਕੋਲੋਂ ਨਹੀਂ ਕੀਤੀ। ਦਿੱਲੀ ਦਾ ਚਾਂਦਨੀ ਚੌਂਕ ਉਹਨਾਂ ਲੋਕਾਂ ਵਾਸਤੇ ਨਹੀਂ ਜਿਨ੍ਹਾਂ ਲੋਕਾਂ ਨੇ ਮਿਲਾਵਟ ਵੰਡੀ, ਪਖੰਡ ਕਰਨ ਵਾਲੇ, ਪ੍ਰਪੰਚ ਪੈਦਾ ਕਰਨ ਵਾਲੇ, ਪੂਜਾ ਕਰਵਾਉਣ ਵਾਲੇ, ਧਰਮ ਦੇ ਨਾਂ ਤੇ ਝੂਠ ਤੇ ਅਡੰਬਰ ਦੀਆਂ ਦੁਕਾਨਾਂ ਚਲਾਉਣ ਵਾਲੇ ਨਹੀਂ। ਚਾਂਦਨੀ ਚੌਂਕ ਤਾਂ ਉਹਨਾਂ ਵਾਸਤੇ ਹੈ। ਇਹ ਇਤਿਹਾਸ ਵਿਰਸਾ ਇਸ ਗੱਲ ਦੀ ਯਾਦ ਦਿੰਦਾ ਹੈ ਕਿ ਇਹਨਾਂ ਨੇ ਕੋਈ ਬੇਈਮਾਨੀ ਨਹੀਂ ਕੀਤੀ, ਪੂਰੀ ਇਮਾਨਦਾਰੀ ਨਾਲ ਕਰਤੇ ਦੀ ਸੱਚੀ ਧਰਮ ਦੀ ਖਾਲਸ ਗੱਲ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਹੈ। ਕਬੀਰ ਜੀ ਦਾ ਦੋਸ਼ ਕੀ ਹੈ? ਭਗਤ ਰਵਿਦਾਸ ਜੀ ਦਾ ਦੋਸ਼ ਕੀ ਸੀ? ਤਾਰੀਖ ਕਹਿੰਦੀ ਹੈ ਦੋਸ਼ ਇਹੀ ਸੀ ਕਿ ਉਹਨਾਂ ਨੇ ਬਿਲਕੁਲ ਖਾਲਸ ਚੀਜ਼ ਲੋਕਾਂ ਦੇ ਸਾਹਮਣੇ ਰੱਖ ਦਿੱਤੀ, ਪਰ ਸੱਚ ਨੂੰ ਪਹੁੰਚਾਉਣ ਵਾਲੇ ਘੱਟ ਸਨ,
ਤੇ ਮਿਲਾਵਟਾਂ ਧਰਮ ਦੇ ਨਾਮ ਤੇ ਖਾਣ ਤੇ ਚੱਖਣ ਵਾਲੇ ਜ਼ਿਆਦਾ ਸਨ। ਇਸ ਕਰਕੇ ਉਹਨਾਂ ਦੇ ਮਨ ਦੇ ਅੰਦਰ ਇਹ ਹੀ ਭਰਮ ਪੈਦਾ ਹੋ ਗਿਆ ਕਿ ਸ਼ਾਇਦ ਸਾਨੂੰ ਮਿਲਾਵਟ ਦਿੱਤੀ ਜਾ ਰਹੀ। ਇਹੀ ਗੱਲ ਹੈ ਨਾ, ਸੱਚ ਨੂੰ ਝੂਠ ਸਮਝ ਲਿਆ, ਝੂਠ ਨੂੰ ਸੱਚ ਸਮਝ ਲਿਆ। ਗੁਰੂ ਪਿਆਰ ਵਾਲਿਓ, ਮੇਰੇ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ, ਐਸੀ ਅਸੀਸ ਚੰਗੀ ਮਤ ਮਨ ਨੂੰ ਦਿੰਦੀ ਹੈ, ਚੰਗਾ ਮਨੁੱਖ ਚੰਗੇ ਮਨੁੱਖ ਨੂੰ ਵੰਡਦਾ ਹੈ। ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਧੰਨ ਗੁਰੂ ਅਰਜਨ ਸਾਹਿਬ ਜੀ ਆਖਦੇ, ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਜਿਸ ਕਰਤੇ ਦੇ ਗੁਣਾਂ ਨੂੰ ਚੇਤੇ ਕਰਨ ਨਾਲ, ਯਾਦ ਕਰਨ ਨਾਲ ਸਾਰੇ ਪਾਪ ਕਰਨ ਵਾਲੀ ਬਿਰਤੀ ਮੁੱਕ ਜਾਂਦੀ ਹੈ, ਸੁਭਾਅ ਮਾੜਾ ਖਤਮ ਹੋ ਜਾਂਦਾ ਹੈ, ਔਰ ਇਹਨਾਂ ਗਿਆਨ ਇੰਦਰੀਆਂ ਦਾ ਭਲਾ ਹੁੰਦਾ ਹੈ, ਆਲੇ ਦੁਆਲੇ ਦਾ ਭਲਾ ਹੁੰਦਾ ਹੈ। ਸਤਿਗੁਰੂ ਜੀ ਆਖਦੇ, ਸੋ ਹਰ ਹਰ ਤੁਮ ਸਦ ਹੀ ਜਾਪੋ। ਐਸੇ ਹਰੀ ਨੂੰ ਸਦਾ ਹੀ, ਇੱਕ ਦਿਨ ਨਹੀਂ ਬਈ ਕੁਝ ਘੰਟੇ ਮਾਲਾ ਪੜੀ ਤੇ ਰਾਮ ਰਾਮ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕਰ ਲਿਆ ਤੇ ਬਾਅਦ ਚ ਮਰਜ਼ੀ ਕੀਤੀ ਨਾ। ਗੁਰੂ ਤਾਂ ਸਦਾ ਲਈ ਕਹਿੰਦਾ, ਤੇ ਸਦਾ ਚ ਦਿਨ ਰਾਤ ਉੱਠਣਾ ਬੈਠਣਾ ਸੌਣਾ ਜਾਗਣਾ ਸਾਰਾ ਕੁਝ ਆ ਜਾਣਾ ਹੈ। ਗੁਰੂ ਜੀ ਆਖਦੇ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਜਿਸ ਵਾਹਿਗੁਰੂ ਦਾ ਪਾਰਲਾ ਬੰਨਾ ਅੰਤ ਕੋਈ ਨਹੀਂ, ਜੋ ਬੇਅੰਤ ਹੈ। ਸਤਿਗੁਰ ਤੁਮ ਕਉ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਇਹ ਅਸੀਸ ਦਿਓ, ਇਹ ਕਾਮਨਾ ਕਰੋ ਕਿ ਸਤਿਗੁਰੂ ਦੀ ਦਇਆ, ਸਤਿਗੁਰੂ ਦੀ ਕਿਰਪਾ ਸਦਾ ਤੁਹਾਡੇ ਤੇ ਬਣੀ ਰਹੇ, ਸਦਾ ਗੁਰਮਤਿ ਦੀ ਸੋਝੀ ਦਾ ਮੀਂਹ ਵਰਦਾ ਰਹੇ। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਹੈ ਮੇਰੇ ਮਨ ਪੁੱਤਰ, ਤੇਰੀ ਪ੍ਰੀਤ ਸਤ ਸੰਗਤ ਨਾਲ ਬਣੀ ਰਹੇ। ਤੇਰਾ ਪਿਆਰ ਸੰਗਤ ਨਾਲ ਬਣੇ, ਉਹ ਸੰਗਤ ਨਾਲ ਨਾ ਸਾਂਝ ਪੈ ਜਾਏ, ਸੰਗਤ ਨਾਲ ਬਣੇ, ਗੁਰਮਤ ਨਾਲ ਬਣੇ, ਗੁਰਬਾਣੀ ਨਾਲ ਬਣੇ। ਔਰ ਜਿਵੇਂ ਕਪੜਾ ਤਨ ਨੂੰ ਢੱਕਦਾ ਹੈ, ਇਵੇਂ ਗੁਰੂ ਦਾ ਉਪਦੇਸ਼ ਮਤ ਜਿਹੜੀ ਹੈ ਉਹ ਤੇਰਾ ਆਤਮਕ ਲਿਬਾਸ ਬਣ ਜਾਏ, ਤੇਰੀ ਪੱਤ ਕੱਜ ਲਵੇ, ਤੇਰੇ ਪਰਦੇ ਢੱਕ ਲਵੇ ਗੁਰੂ ਕੀ ਮਤ। ਕਾਪੜ ਪਤ ਪਰਮੇਸ਼ਰ ਰਾਖੀ, ਤੇ ਗੁਰਬਾਣੀ ਗੁਰਮਤ ਤੇਰਾ ਆਹਾਰ ਭੋਜਨ ਬਣ ਜਾਏ। ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੈ ਨਾ ਵਿਆਪੈ ਚਿੰਤਾ। ਗੁਰਦੇਵ ਕਹਿੰਦੇ, ਇਹ ਅਸੀਸ ਮਿਲੇ, ਅੰਮ੍ਰਿਤ ਪੀਵੋ, ਬਾਣੀ ਦਾ ਨਾਮ ਰੂਪ ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਆਤਮਕ ਮੌਤ ਤੋਂ ਬਚ ਜਾਓ, ਸਦੀਵੀ ਜੀਵਨ ਮਿਲੇ ਆਤਮਕ ਮਾਨਸਿਕ ਤੌਰ ਤੇ। ਹਰੀ ਨੂੰ ਸਿਮਰਦਿਆਂ ਹੋਇਆਂ ਆਨੰਦ ਅਨੰਤਾ, ਅਨੰਤ ਬੇਅੰਤ ਆਨੰਦ ਮਨ ਵਿੱਚ ਭਰ ਜਾਏ, ਐਸੀ ਅਸੀਸ ਮਿਲੇ। ਰੰਗ ਤਮਾਸ਼ਾ ਪੂਰਨ ਆਸਾ, ਕਬੈ ਨਾ ਵਿਆਪੈ ਚਿੰਤਾ। ਵਾਹਿਗੁਰੂ ਦੇ ਨਾਮ ਨਾਲ, ਗੁਰਮਤ ਨਾਲ, ਸ਼ਬਦ ਨਾਲ ਪਿਆਰ ਪੈ ਜਾਏ, ਇਹ ਜੀਵਨ ਦੇ ਵਿੱਚ ਆਨੰਦ ਬਣੇ, ਇਹ ਜੀਵਨ ਦਾ ਵਿਨੋਦ ਬਣੇ, ਇਹ ਜੀਵਨ ਦੀ ਖੇਡ ਬਣ ਜਾਏ। ਰੰਗ ਤਮਾਸ਼ਾ ਪੂਰਨ ਆਸਾ, ਔਰ ਮਨ ਦੀ ਚੰਗੀ ਨਾਮ ਨੂੰ ਪ੍ਰਾਪਤ ਕਰਨ ਵਾਲੀ ਆਸ ਪੂਰੀ ਹੋਵੇ। ਕਬੈ ਨਾ ਵਿਆਪੈ ਚਿੰਤਾ, ਮਨ ਵਿੱਚ ਕਦੇ ਤੌਖਲਾ ਸਹਿਮ ਚਿੰਤਾ ਨਾ ਆਵੇ। ਐਸੀ ਅਸੀਸ ਦਾ ਵਰਦਾਨ ਗੁਰਦੇਵ ਬਖਸ਼ ਰਹੇ ਨੇ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਣਾ ਹੋ ਕੌਲਾ। ਹੇ ਮਨੁੱਖ, ਤੇਰਾ ਇਹ ਮਨ ਭਵਰਾ ਬਣ ਜਾਏ ਤੇ ਹਰੀ ਦੇ ਚਰਨ, ਵਾਹਿਗੁਰੂ ਦੀ ਯਾਦ, ਰੱਬ ਦੇ ਗੁਣ, ਗੁਰੂ ਦਾ ਸ਼ਬਦ ਫੁੱਲ ਵਾਂਗ ਹੋਵੇ, ਕਮਲ ਫੁੱਲ ਵਾਂਗ। ਜਿਵੇਂ ਭਵਰਾ ਦੂਰ ਤੋਂ ਫੁੱਲ ਤੇ ਆ ਕੇ ਸੁਗੰਧੀ ਤੇ ਰਸ ਮਾਣਦਾ ਹੈ, ਇਵੇਂ ਤੇਰਾ ਮਨ ਗੁਰਮਤਿ ਗੁਰਬਾਣੀ ਦਾ ਰਸ ਮਾਣੇ, ਪ੍ਰਭੂ ਦੇ ਗੁਣਾਂ ਦਾ, ਨਾਮ ਦਾ ਰਸ ਮਾਣੇ। ਪਰ ਖਿਆਲ ਕਰਿਓ, ਨਕਲੀ ਫੁੱਲਾਂ ਦਾ ਪੂਰੇ ਦਾ ਪੂਰਾ ਬਗੀਚਾ ਬਣਾ ਦਿਓ ਨਾ, ਭਵਰਾ ਉੱਥੇ ਕਦੇ ਨਹੀਂ ਆਵੇਗਾ, ਕਿਉਂਕਿ ਉਹ ਸੁਗੰਧੀ ਦਾ ਵਣਜਾਰਾ ਹੈ, ਕਿਉਂਕਿ ਉਹ ਰਸ ਦਾ ਚਾਹਵਾਨ ਹੈ। ਜਿਨ੍ਹਾਂ ਦੇ ਹਿਰਦੇ ਭਵਰਿਆਂ ਵੱਤ ਹੋ ਜਾਂਦੇ ਹਨ, ਗੁਰੂ ਪਿਆਰ ਵਾਲਿਓ, ਉਹ ਕਦੇ ਰੂਪ ਤੇ ਰੰਗ ਤੇ ਨਹੀਂ ਭਟਕਦੇ, ਉਹਨਾਂ ਨੂੰ ਤਾਂ ਕੁਆਲਿਟੀ ਚਾਹੀਦੀ ਹੈ। ਖਿਆਲ ਕਰਿਓ, ਕੁਆਲਿਟੀ। ਅੱਜ ਅਸੀਂ ਪਹਿਰਾਵਿਆਂ ਤੇ ਭਟਕ ਗਏ, ਬਾਹਰੀ ਆਲੀਸ਼ਾਨ ਬਿਲਡਿੰਗਾਂ ਵੇਖ ਕੇ ਭਟਕ ਗਏ, ਭੀੜਾਂ ਵੇਖ ਕੇ ਭਟਕ ਗਏ, ਪਰ ਨਹੀਂ, ਇਹ ਭਵਰੇ ਨਹੀਂ ਹੁੰਦੇ ਐਸੇ ਜੀਵ।
ਭਵਰਾ ਤਾਂ ਰਸ ਪੀਂਦਾ ਹੈ, ਉਸ ਨੂੰ ਫੁੱਲ ਦੇ ਰੂਪ ਨਾਲ ਕੋਈ ਮਤਲਬ ਨਹੀਂ, ਫੁੱਲ ਦੇ ਰੰਗ ਨਾਲ ਕੋਈ ਮਤਲਬ ਨਹੀਂ, ਉਸ ਨੂੰ ਮਤਲਬ ਹੈ ਉਸ ਫੁੱਲ ਦੇ ਰਸ ਨਾਲ, ਮਕਰੰਦ ਨਾਲ। ਗੁਰੂ ਆਖਦੇ ਤੇਰਾ ਮਨ ਵੀ ਐਸਾ ਭਵਰਾ, ਪਾਰਖੂ ਭਵਰਾ ਬਣ ਜਾਏ, ਜਿਹੜਾ ਕੇਵਲ ਗੁਰਮਤਿ ਦੇ ਰਸ ਨੂੰ ਪੀਣ ਵਾਲਾ ਹੋਵੇ। ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤ੍ਰਿਕ ਮੌਲਾ। ਹਜ਼ੂਰ ਆਖਦੇ, ਦਾਸ ਨਾਨਕ ਆਖਦਾ ਤੇਰਾ ਮਨ ਇਵੇਂ ਗੁਰੂ ਦੇ ਚਰਨਾਂ ਨਾਲ, ਗੁਰੂ ਦੇ ਪਿਆਰ, ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਨਾਲ ਜੁੜ ਜਾਏ, ਲਪਟ ਜਾਏ, ਇੱਕ ਸੁਰ ਹੋ ਜਾਏ। ਜਿਉ ਬੂੰਦੈ ਚਾਤ੍ਰਿਕ ਮੌਲਾ, ਜਿਵੇਂ ਚਾਤ੍ਰਿਕ ਪਪੀਹਾ ਕੇਵਲ ਇੱਕ ਸਵਾਂਤੀ ਬੂੰਦ ਲਈ ਆਪਾ ਸਮਰਪਿਤ ਰੱਖਦਾ। ਨਦੀਆਂ 'ਚ ਪਾਣੀ ਹੈ, ਸਮੁੰਦਰਾਂ 'ਚ ਪਾਣੀ ਹੈ, ਖੂਹ ਤੇ ਛੱਪੜ ਸਰੋਵਰ ਪਾਣੀ ਨਾਲ ਭਰੇ ਨੇ, ਵਰਖਾ ਵੀ ਹੁੰਦੀ ਹੈ, ਪਰ ਪਪੀਹੇ ਨੂੰ ਤ੍ਰਿਪਤ ਹੋਣ ਵਾਸਤੇ ਕੇਵਲ ਇੱਕ ਬੂੰਦ ਚਾਹੀਦੀ ਹੈ। ਆਨ ਜਲਾ ਸਿਉ ਕਾਜ ਨਾ ਕਛੂ ਹੈ, ਹੋਰ ਕਿਸੇ ਪਾਣੀ ਨਾਲ ਉਹਦਾ ਕੋਈ ਮਤਲਬ ਨਹੀਂ। ਗੁਰੂ ਕੇ ਪਿਆਰ ਵਾਲੇ ਗੁਰਸਿੱਖ ਦਾ ਕਿਸੇ ਹੋਰ ਧਿਰ ਮਤ ਨਾਲ ਕੋਈ ਮਤਲਬ ਨਹੀਂ, ਦੁਨੀਆ ਕੁਝ ਵੀ ਆਖੇ ਕੋਈ ਮਤਲਬ ਨਹੀਂ, ਉਸ ਨੂੰ ਤਾਂ ਕੇਵਲ ਬਾਣੀ ਦੀ, ਸ਼ਬਦ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀ ਸਵਾਂਤੀ ਬੂੰਦ ਹੀ ਤ੍ਰਿਪਤ ਕਰ ਸਕਦੀ ਹੈ। ਐਸਾ ਜੀਵਨ, ਐਸੀ ਬਖਸ਼ਿਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਖਦੇ ਸਾਡੇ ਜੀਵਨ ਤੇ ਹੋ ਜਾਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣ। ਆਪ ਸਰਬੱਤ ਸੰਗਤ ਦਾ ਧੰਨਵਾਦ। ਬੜੇ ਪਿਆਰ ਸਤਿਕਾਰ ਨਾਲ ਗੁਰੂ ਫਤਿਹ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।